ਜਿਵੇਂ ਇੱਕ ਅਕਸਰ ਕਿਹਾ ਜਾਂਦਾ ਕਿ ਹਰ ਸਮੇਂ ਦਾ ਸੱਚ ਹੁੰਦਾ। ਕਿਸੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਕਿਸੇ ਹੋਰ ਦ੍ਰਿਸ਼ਟੀ ਨਾਲ ਦੇਖੀਆਂ ਜਾਂਦੀਆਂ ਸੀ, ਉਹਦੀ ਜਿਹੜੀ ਨੁਕਤੇ ਸੀ, ਉਹ ਜਿਹੜੀ ਨੁਕਤਾ ਨਜ਼ਰ ਸੀ, ਉਹ ਡਿਫਰੈਂਟ ਸੀ। ਹੁਣ ਗੱਲ ਉਹਨਾਂ ਦੇ ਰਾਸ਼ਟਰ ਦੇ ਨਾਲ ਸੰਬੋਧਨ ਦੀ ਆ। ਹੁਣ ਤੱਕ ਜਿੰਨੀ ਵਾਰ ਵੀ ਉਹਨਾਂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ, ਉਹ ਆਮ ਤੌਰ ਤੇ ਸ਼ਾਮ ਨੂੰ 8 ਵਜੇ ਤੋਂ ਬਾਅਦ ਕਰਦੇ ਨੇ। ਇੱਕ ਰਾਸ਼ਟਰ ਮੁਖੀ ਵਾਲੀਆਂ ਘੱਟ ਆ ਤੇ ਕੁਝ ਲੈਕਚਰ ਦੇਣ ਵਾਲੀਆਂ ਜ਼ਿਆਦਾ। ਕਿਉਂਕਿ ਜਦੋਂ ਨੋਟਬੰਦੀ ਕੀਤੀ ਸੀ, ਲੋਕਡਾਊਨ ਦਾ ਐਲਾਨ ਕੀਤਾ ਸੀ, ਇਹੀ ਡਰ ਸੀ ਕਿ ਹੁਣ ਲੋਕਡਾਊਨ ਦਾ ਐਲਾਨ ਤਾਂ ਨਹੀਂ ਹੋ ਜਾਏਗਾ। ਆਪਾਂ ਦੇਖਿਆ ਕਿ ਕੋਵਿਡ ਦੇ ਦੌਰਾਨ ਥਾਲੀਆਂ ਵਜਾ ਲਓ ਜੀ, ਟੱਲੀਆਂ ਵਜਾ ਲਓ ਜੀ, ਇਦਾਂ ਦੀਆਂ ਜਿਹੜੀਆਂ ਗੱਲਾਂ ਇੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠ ਕੇ ਇਹ ਉਸ ਅਹੁਦੇ ਦੇ ਉੱਚ ਦਰਜੇ ਦੀਆਂ ਨਹੀਂ ਹਨ। ਸਰਕਾਰ ਨੂੰ ਬਹੁਤ ਸਖਤੀ ਨਾਲ ਇਹ ਗੱਲ ਪੁੱਛੀ ਆ ਕਿ ਜੇ ਤੁਸੀਂ ਲੋਕਡਾਊਨ ਨਹੀਂ ਲਾਉਣਾ ਚਾਹੁੰਦੇ, ਕੀ ਇੰਤਜ਼ਾਮ ਹਨ ਤੁਹਾਡੇ ਕੋਲ ਲੋਕਾਂ ਨੂੰ ਬਚਾਉਣ ਦੇ? ਹਾਲਾਤ ਇਦਾਂ ਦੇ ਸਰਕਾਰਾਂ ਨੇ ਸਾਡੇ ਸਾਹਮਣੇ ਜਾਂ ਆਮ ਲੋਕਾਂ ਦੇ ਸਾਹਮਣੇ ਕਰ ਦਿੱਤੇ ਆ ਕਿ ਇਸ ਬਿਮਾਰੀ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਆ। ਅਤੁਲ ਨੰਦਾ ਦੀ ਕਾਰਜਕਾਰੀ ਨੂੰ ਲੈ ਕੇ ਪਹਿਲਾਂ ਵੀ ਬਹੁਤ ਵੱਡੇ ਕਾਂਗਰਸੀ ਮੰਤਰੀਆਂ ਵੱਲੋਂ ਵੀ ਤੇ ਵਿਰੋਧੀ ਧਿਰਾਂ ਵੱਲੋਂ ਵੀ ਸਵਾਲ ਖੜੇ ਕੀਤੇ ਜਾਂਦੇ ਰਹੇ ਆ, ਪਰ ਪਤਾ ਨਹੀਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਇੰਨੇ ਚਹੇਤੇ ਨੇ, ਪਿਆਰੇ ਨੇ, ਤੇ ਅੱਜ ਤੱਕ ਉਹਨਾਂ ਨੂੰ ਕਿਸੇ ਨੇ ਕੋਈ ਪੁੱਛਗਿੱਛ ਕੀਤੀ ਨਹੀਂ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਦਰਸ਼ਕਾਂ ਦਾ ਸਵਾਗਤ। ਅੱਜ ਦੇ ਪ੍ਰੋਗਰਾਮ ਜਿਹੜੇ ਮੁੱਦੇ ਵਿਚਾਰਨੇ ਨੇ ਉਹਨਾਂ ਦੇ ਵਿੱਚ ਹੈ ਕੋਵਿਡ-19 ਫਿਰ ਤੋਂ ਡਰਾ ਰਿਹਾ ਹੈ। ਕਿਹਨੂੰ ਤੇ ਕਿੱਥੋਂ ਡਰਾ ਰਿਹਾ ਹੈ? ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕੀ ਆਖਿਆ ਹੈ ਤੇ ਕਿਹੜੇ ਵਿਧਾਇਕ ਨੇ ਕਿੱਥੇ ਮੰਜਾ ਡਾਇਆ? ਇਹਨਾਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨਾਂ ਦੇ ਨਾਲ। ਤੇ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਦੋ ਮਾਹਿਰ ਮਹਿਮਾਨ, ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਆਓ ਸਭ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਅੰਮ੍ਰਿਤਪਾਲ ਸ਼ਰਮਾ ਜੀ ਤੇ ਗੁਰਨਾਮ ਸਿੰਘ ਬਿਲਗਾ ਜੀ, ਸਭ ਤੋਂ ਪਹਿਲਾਂ ਤਾਂ ਅੱਜ ਰਾਮ ਨੌਮੀ ਦੀਆਂ ਸਾਰਿਆਂ ਨੂੰ ਵਧਾਈਆਂ ਦੇ ਦਈਏ। ਤੇ ਅੱਜ ਭਗਵਾਨ ਰਾਮ ਦਾ ਜਨਮ ਹੋਇਆ, ਮਰਿਆਦਾ ਪੁਰਸ਼ੋਤਮ ਕਹਿੰਦੇ ਹਾਂ ਅਸੀਂ ਉਹਨਾਂ ਨੂੰ। ਭਗਵਾਨ ਵਿਸ਼ਨੂੰ ਦੇ 7ਵੇਂ ਅਵਤਾਰ ਕਹਿੰਦੇ ਨੇ ਉਹਨਾਂ ਨੂੰ ਸ਼ਾਇਦ। ਤੇ ਤੁਸੀਂ ਅੰਮ੍ਰਿਤਪਾਲ ਸ਼ਰਮਾ ਜੀ ਥੋੜਾ ਜਿਹਾ ਚਾਨਣਾ ਪਾਓ ਅੱਜ ਦੇ ਦਿਨ ਦੇ ਖਾਸ ਤੌਰ ਤੇ। ਜੀ ਪਰਮਿੰਦਰ ਜੀ, ਤੁਸੀਂ ਰਾਮ ਨੌਮੀ ਦੀ ਗੱਲ ਕੀਤੀ, ਬਿਲਕੁਲ ਤੁਸੀਂ ਦਰੁਸਤ ਦੱਸਿਆ। ਭਗਵਾਨ ਰਾਮ ਦਾ ਅੱਜ ਜਨਮ ਦਿਨ ਆ ਤੇ ਬਹੁਤ ਸਾਰੇ ਲੋਕ ਇਹਦੇ ਲਈ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਨੇ, ਉਹਦੇ 'ਚ ਨੁਕਸ ਵੀ ਕੱਢਦੇ ਨੇ ਸ਼੍ਰੀ ਰਾਮਚਰਿਤ ਮਾਨਸ ਦੇ ਵਿੱਚ ਕਿ ਉਹਦੇ 'ਚ ਇੱਦਾਂ ਹੋਇਆ, ਉਹਦੇ 'ਚ ਇੱਦਾਂ ਹੋਇਆ, ਉਹਦੇ 'ਚ ਆਹ ਚੀਜ਼ਾਂ ਗਲਤ ਸੀ, ਉਹਦੇ 'ਚ ਆਹ ਚੀਜ਼ਾਂ ਗਲਤ ਸੀ। ਇਹੋ ਜਿਹੀ ਹੀ ਇੱਕ ਵਾਰ ਨਹੀਂ ਬਹੁਤ ਵਾਰ ਇਹ ਚਰਚਾ ਚੱਲੀ ਸੀ ਪੰਜਾਬ ਦੇ ਵਿੱਚ ਕਿ ਜਿਹੜੀ ਹੀਰ ਆ ਉਹ ਗਲਤ ਕਹਾਣੀਆਂ, ਤੇ ਜਦੋਂ ਰਮਾਇਣ ਦੀ ਗੱਲ ਕਰਦੇ ਆ ਤੇ ਉਹਦੇ 'ਚ ਵੀ ਬਹੁਤ ਸਾਰੀਆਂ ਗੱਲਾਂ ਜਿਹੜੇ ਆ ਨੁਕਸ ਕੱਢੇ ਜਾਂਦੇ ਨੇ। ਇਹਨੂੰ ਕਈ ਵਾਰ ਇਤਿਹਾਸ ਨਾ ਮੰਨ ਕੇ ਮਿਥਿਹਾਸ ਵੀ ਮੰਨਿਆ ਜਾਂਦਾ। ਮਹਾਭਾਰਤ ਦੇ ਦੌਰ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਦੇ ਬਾਰੇ 'ਚ ਕਹੀਆਂ ਜਾਂਦੀਆਂ। ਪਰ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਵਾਰ ਬਹੁਤ ਖੂਬਸੂਰਤੀ ਨਾਲ ਕਿਹਾ ਸੀ ਕਿ ਮੰਨ ਲੈਂਦੇ ਆ ਇਹ ਗੱਲਾਂ ਨਹੀਂ ਹੋਈਆਂ, ਪਰ ਅਸੀਂ ਤਦ ਮੰਨਾਂਗੇ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਡੇ ਵਿੱਚੋਂ ਕੱਢ ਕੇ ਦਿਖਾਓ। ਸੋ ਅਸੀਂ ਇਸ ਵਿੱਚ ਬਹੁਤ ਆਸਥਾ ਰੱਖਦੇ ਹਾਂ। ਬਿਲਕੁਲ ਤੁਹਾਡੀ ਗੱਲ ਠੀਕ ਆ। ਭਗਵਾਨ ਰਾਮ, ਜਦੋਂ ਸ਼੍ਰੀ ਰਾਮਚਰਿਤ ਮਾਨਸ ਨੂੰ ਪੜ੍ਹਦੇ ਹਾਂ ਤੇ ਇੱਕ ਆਈਡੀਅਲ ਪੁੱਤਰ ਦੀ ਕਹਾਣੀ ਆ, ਇੱਕ ਆਈਡੀਅਲ ਪਤੀ ਦੀ ਕਹਾਣੀ ਆ, ਇੱਕ ਆਈਡੀਅਲ ਰਾਜੇ ਦੀ ਕਹਾਣੀ ਆ, ਇੱਕ ਆਈਡੀਅਲ ਲੜਾਕੂ ਦੀ ਕਹਾਣੀ ਆ, ਇੱਕ ਆਈਡੀਅਲ ਪਰਿਵਾਰ ਨੂੰ ਚਲਾਉਣ ਵਾਲੇ ਦੀ ਕਹਾਣੀ ਆ। ਤੇ ਦੂਸਰੀ ਗੱਲ ਇੱਕ ਮੈਂ ਹੋਰ ਦੱਸ ਦਿੰਦਾ ਕਿ ਸਮੇਂ-ਸਮੇਂ ਦੇ ਉੱਤੇ ਜਿਹੜੇ ਇਹਦੇ ਤਰਜਮੇ ਹੁੰਦੇ ਆ ਜਾਂ ਇਹ ਜਿਹੜੀਆਂ ਲਿਖਤਾਂ ਆ ਅੱਗੇ ਤੋਂ ਅੱਗੇ ਵੱਧਦੀਆਂ ਆ, ਉਹਦੇ 'ਚ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਆ ਜਾਂਦੀਆਂ। ਉਸ ਕਰਕੇ ਸਾਨੂੰ ਜਿਹੜਾ ਉਹ ਕਈ ਵਾਰੀ ਉਹ ਖਰਾਬ ਲੱਗਦਾ। ਜਿਵੇਂ ਇੱਕ ਅਕਸਰ ਕਿਹਾ ਜਾਂਦਾ ਕਿ ਹਰ ਸਮੇਂ ਦਾ ਸੱਚ ਹੁੰਦਾ। ਕਿਸੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆ ਕਿਸੇ ਹੋਰ ਦ੍ਰਿਸ਼ਟੀ ਨਾਲ ਦੇਖੀਆਂ ਜਾਂਦੀਆਂ ਸੀ, ਉਹਦੀ ਜਿਹੜੀ ਨੁਕਤੇ ਸੀ, ਉਹ ਜਿਹੜੀ ਨੁਕਤਾ ਨਜ਼ਰ ਸੀ, ਉਹ ਡਿਫਰੈਂਟ ਸੀ। ਅਸੀਂ ਅੱਜ ਦੇ ਪ੍ਰੋਗਰਾਮ ਨੂੰ ਉਸ ਵਿਸ਼ੇ 'ਚ ਨਾ ਲੈ ਕੇ ਜਾਈਏ, ਸਿਰਫ ਔਰ ਸਿਰਫ ਦਰਸ਼ਕਾਂ ਨੂੰ ਸ਼੍ਰੀ ਰਾਮ ਨੌਮੀ ਦੀਆਂ ਵਧਾਈਆਂ ਦਈਏ ਜਾਂ ਉਹਨਾਂ ਨੂੰ ਕਰੀਏ ਕਿ ਜਿਵੇਂ ਰਾਮ ਨੇ ਰਾਮਚਰਿਤ ਮਾਨਸ ਦੇ ਵਿੱਚ ਭਗਵਾਨ ਸ਼੍ਰੀ ਤੁਲਸੀਦਾਸ ਜੀ, ਸਵਾਮੀ ਤੁਲਸੀਦਾਸ ਨੇ ਜੋ ਕੁਝ ਲਿਖੀਆਂ ਹੈ, ਜੋ ਵਾਲਮੀਕ ਰਾਮਾਇਣ ਵਿੱਚ ਲਿਖਿਆ ਹੈ, ਉਹਦੇ ਅਨੁਸਾਰ ਜੇ ਅਸੀਂ ਆਪਣਾ ਜੀਵਨ ਯਾਪਨ ਕਰੀਏ, ਜੇ ਅਸੀਂ ਉਹਦੇ ਤੋਂ ਕੁਝ ਸਿੱਖਿਆ ਲੈ ਕੇ ਅਸੀਂ ਅੱਗੇ ਵਧੀਏ ਤੇ ਉਹ ਇੱਕ ਬਹੁਤ ਚੰਗੀ ਗੱਲ ਹੋਵੇਗੀ। ਜੀ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਰਾਮ ਨੌਮੀ ਦੀਆਂ ਆਪਾਂ ਵਧਾਈਆਂ ਦੇ ਦਿੱਤੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈਆਂ ਅੱਜ ਦੇ ਦਿਨ ਦੀਆਂ ਦਿੱਤੀਆਂ, ਪਰ ਬੀਤੀ ਸ਼ਾਮ ਉਹਨਾਂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਉਹਨਾਂ ਦੇ ਰਾਸ਼ਟਰ ਨੂੰ ਸੰਬੋਧਨ ਕਰਨ ਦਾ ਮਤਲਬ ਤੇ ਮਕਸਦ? ਪਰਮਿੰਦਰ ਜੀ, ਮਤਲਬ ਤੇ ਇਹੀ ਆ ਕਿ ਸਾਰੇ ਦੇ ਸਾਰੇ ਦੇਸ਼ ਨੂੰ ਜਦੋਂ ਦੇਸ਼ ਦਾ ਮੁਖੀ ਕੋਈ ਗੱਲ ਦੱਸਣੀ ਚਾਹੁੰਦਾ ਤੇ ਉਹਦਾ ਮਕਸਦ ਤੇ ਜ਼ਰੂਰ ਹੋਵੇਗਾ। ਉਹਨਾਂ ਨੇ ਕਰੋਨਾ ਦੇ ਸੰਬੰਧ ਦੇ ਵਿੱਚ ਕੁਝ ਗੱਲਾਂ ਕੀਤੀਆਂ ਰਾਸ਼ਟਰ ਨਾਲ। ਤੇ ਜੇ ਅਸੀਂ ਰਾਸ਼ਟਰ ਮੁਖੀ ਦੀ ਗੱਲ ਕਰੀਏ ਤਾਂ ਜਦੋਂ ਅਮਰੀਕਾ ਦਾ ਪ੍ਰਧਾਨ ਮੰਤਰੀ ਕਹਿੰਦੇ ਛਿੱਕ ਵੀ ਮਾਰਦਾ ਤੇ ਸਾਰੀ ਦੁਨੀਆ ਨੂੰ ਉਹਦੀ ਖਬਰ ਹੁੰਦੀ ਆ ਤੇ ਉਹ ਹਿੱਲਦਾ ਆ, ਕਿਉਂਕਿ ਉਹਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਕਿਹਾ ਜਾਂਦਾ। ਜਦੋਂ ਤੋਂ ਰੂਸ ਦਾ ਟੁੱਟ ਭੱਜ ਹੋਈ ਆ ਤੇ ਅਮਰੀਕਾ ਜਿਹੜੀ ਆ ਦੁਨੀਆ ਦੀ ਇੱਕਮਾਤਰ ਵੱਡੀ ਸ਼ਕਤੀ ਬਣ ਕੇ ਸਾਹਮਣੇ ਆਇਆ 80s ਤੋਂ ਬਾਅਦ,
ਤੇ ਉਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਆ ਕਿ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਆ ਉਹ ਸਾਰੇ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਆ, ਜਾਂ ਉਹਨੂੰ ਦੁਨੀਆ ਦਾ ਥਾਣੇਦਾਰ ਵੀ ਕਿਹਾ ਜਾਂਦਾ। ਤੇ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ। 60 ਕਰੋੜ ਤੋਂ ਵੀ ਜ਼ਿਆਦਾ ਵੋਟਰ ਨੇ ਇੱਥੇ ਜਿਹੜੇ ਉਸ ਇਨਸਾਨ ਨੂੰ ਚੁਣਦੇ ਨੇ ਜਿਹੜਾ ਫਿਰ ਇਸ ਦੇਸ਼ ਦਾ ਮੁਖੀ ਬਣਦਾ ਹੈ। ਤੇ ਜੇ ਸਾਡੇ ਤੁਹਾਡੇ ਵਰਗੇ ਬੰਦੇ ਪਿੱਛੇ 5-10 ਬੰਦੇ ਵੀ ਹੋਣ ਤੇ ਬੰਦਾ ਆਪਣੇ ਆਪ ਨੂੰ ਬਹੁਤ ਫੁੱਲਿਆ ਮਹਿਸੂਸ ਕਰਦਾ ਕਿ ਕੁਝ ਲੋਕ ਮੇਰੇ ਪਿੱਛੇ ਨੇ। ਤੇ ਜਿਹਨੂੰ 60 ਕਰੋੜ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਤੇ ਉਹ ਤਾਕਤਵਰ ਤੇ ਹੋਵੇਗਾ। ਹੁਣ ਗੱਲ ਉਹਨਾਂ ਦੇ ਰਾਸ਼ਟਰ ਦੇ ਨਾਲ ਸੰਬੋਧਨ ਦੀ ਆ। ਇੱਕ ਗੱਲ ਹੈ, ਹੁਣ ਤੱਕ ਜਿੰਨੀ ਵਾਰ ਵੀ ਉਹਨਾਂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਉਹ ਆਮ ਤੌਰ ਤੇ ਸ਼ਾਮ ਨੂੰ 8 ਵਜੇ ਤੋਂ ਬਾਅਦ ਕਰਦੇ ਨੇ। ਇਹਦੇ ਪਿੱਛੇ ਕੋਈ ਜੋਤਿਸ਼ ਦੇ ਕਾਰਨ ਨੇ ਜਾਂ ਉਹ ਸ਼ਾਮ ਨੂੰ ਵਿਹਲੇ ਹੋ ਕੇ ਕਰਦੇ ਨੇ, ਇਹ ਤੇ ਮੈਨੂੰ ਨਹੀਂ ਪਤਾ। ਪਰ ਪੰਜਾਬ ਦੇ ਵਿੱਚ ਸ਼ਾਮ ਨੂੰ 8 ਵਜੇ ਤੋਂ ਬਾਅਦ, ਜਾਂ ਆਮ ਤੌਰ ਤੇ, ਇਕੱਲੇ ਪੰਜਾਬ ਦੀ ਅਸੀਂ ਗੱਲ ਨਹੀਂ ਕਰਦੇ, ਆਮ ਤੌਰ ਤੇ 8 ਵਜੇ ਤੋਂ ਬਾਅਦ ਬਹੁਤੇ ਲੋਕਾਂ ਦੀ ਸਥਿਤੀ ਜਿਹੜੀ ਉਹ ਆਫਟਰ 8 ਹੁੰਦੀ ਆ। ਅੱਛਾ ਜੀ, ਮਤਲਬ 8 PM ਜੀ। ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਦੌਰ ਸੀ ਗੱਲਬਾਤ ਦਾ, ਉਹ ਸਾਰੇ ਦਾ ਸਾਰਾ ਇਸ ਮਹਾਮਾਰੀ ਤੇ ਟਿਕਿਆ ਹੋਇਆ ਸੀ। ਮੈਨੂੰ ਇੰਜ ਵੀ ਜਾਪਦਾ ਕਿ 20 ਤਰੀਕ ਲੰਘ ਗਈ ਆ, 21 ਤਰੀਕ ਅੱਜ ਸ਼ੁਰੂ ਹੋ ਗਈ ਆ। ਤੇ ਹੁਣ ਪ੍ਰਧਾਨ ਮੰਤਰੀ ਸਾਹਿਬ ਲਗਭਗ ਜਿਹੜੀਆਂ ਇਲੈਕਸ਼ਨ ਸੀਗੀਆਂ 5 ਸਟੇਟਾਂ ਦੀਆਂ ਉਹਦੇ ਤੋਂ ਵਿਹਲੇ ਹੋ ਗਏ ਨੇ। ਬਹੁਤ ਸਾਰੀਆਂ ਅਖਬਾਰਾਂ ਨੇ ਵੀ ਇਹ ਗੱਲ ਜ਼ਾਹਰ ਕੀਤੀ ਆ ਕਿ ਇੱਕ ਹਫ਼ਤਾ ਰਹਿ ਗਿਆ। 29 ਨੂੰ ਆਖਰੀ ਗੇੜ ਦੀ ਇਲੈਕਸ਼ਨ ਆ ਬੰਗਾਲ ਦੇ ਵਿੱਚ, ਤੇ ਨਾਲ ਦੀ ਨਾਲ ਯੂਪੀ ਦੇ ਵਿੱਚ ਜਿਹੜੀਆਂ ਪੰਚਾਇਤ ਇਲੈਕਸ਼ਨ ਆ ਉਹ ਵੀ ਖਤਮ ਹੋ ਜਾਣੀਆਂ। ਤੇ ਹੁਣ ਜਿਹੜੀ ਸਰਕਾਰ ਆ ਉਹਦਾ ਧਿਆਨ ਜਿਹੜਾ ਆ ਉਹ ਕੋਵਿਡ ਤੇ ਆਊਗਾ। ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਇੱਕ ਰਾਸ਼ਟਰਮੁਖੀ ਵਾਲੀਆਂ ਘੱਟ ਆ ਤੇ ਕੁਝ ਲੈਕਚਰ ਦੇਣ ਵਾਲੀਆਂ ਜ਼ਿਆਦਾ। ਹੌਸਲਾ ਉਹਨਾਂ ਨੇ ਦੱਸਿਆ ਕਿ ਜਦੋਂ ਕੋਈ ਮੁਸੀਬਤ ਆਉਂਦੀ ਆ ਤੇ ਸਾਨੂੰ ਹੌਸਲੇ ਤੋਂ ਕੰਮ ਲੈਣਾ ਚਾਹੀਦਾ। ਦੂਸਰੀ ਉਹਨਾਂ ਨੇ ਵੱਡੀ ਗੱਲ ਇਹ ਕਹੀ ਆ ਕਿ ਸਰਕਾਰਾਂ ਜਿਹੜੀਆਂ ਰਾਜ ਸਰਕਾਰਾਂ ਨੇ ਉਹ ਉੱਥੇ ਦੇ ਮਜ਼ਦੂਰਾਂ ਨੂੰ ਜਿਹੜਾ ਆ ਭਰੋਸੇ 'ਚ ਰੱਖਣ, ਤੇ ਤਾਂ ਕਿ ਜਿਹੜਾ ਮਜ਼ਦੂਰਾਂ ਦਾ ਪਲਾਇਨ ਹੈ ਇੱਧਰੋਂ ਉੱਧਰੋਂ ਜਿਹੜਾ ਸਾਡੇ ਆਮ ਤੌਰ ਤੇ ਰੇਲਵੇ ਸਟੇਸ਼ਨਸ ਦੇ ਉੱਤੇ, ਬੱਸ ਸਟੇਸ਼ਨਸ ਦੇ ਉੱਤੇ ਦੇਖਣ ਨੂੰ ਮਿਲਦਾ ਉਹ ਨਾ ਮਿਲੇ, ਤੇ ਲੋਕਾਂ ਦਾ ਜਿਹੜਾ ਭਰੋਸਾ ਆ ਉੱਥੇ ਬਣਿਆ ਰਵੇ। ਜਿਹੜੀ ਇੱਕ ਹੋਰ ਉਹਨਾਂ ਨੇ ਗੱਲ ਕੀਤੀ ਆ ਉਹ ਸੀਗੀ ਕਿ ਸਾਡਾ ਜਿਹੜਾ ਭਾਰਤ ਦਾ ਫਾਰਮਾ ਸੈਕਟਰ ਆ, ਦਵਾਈ ਬਣਾਉਣ ਵਾਲਾ ਜਿਹੜਾ ਕਾਰੋਬਾਰ ਆ, ਉਹ ਬਹੁਤ ਸੰਗਠਿਤ ਆ, ਬਹੁਤ ਤਾਕਤਵਰ ਆ, ਬਹੁਤ ਸਿਹਤਮੰਦ ਆ, ਤੇ ਅਸੀਂ ਚੰਗੀਆਂ ਦਵਾਈਆਂ, ਚੰਗੇ ਟੀਕੇ ਜਿਹੜੇ ਬਣਾਵਾਂਗੇ ਤੇ ਆਪਣੇ ਸਾਰੇ ਮੁਲਕ ਦੇ ਲੋਕਾਂ ਨੂੰ ਟੀਕਾ ਲਵਾ ਸਕਾਂਗੇ। ਇੱਕ ਜਿਹੜੀ ਉਹਨਾਂ ਨੇ ਹੋਰ ਗੱਲ ਕੀਤੀ ਆ ਉਹਦੇ 'ਚ ਇਹ ਸੀਗਾ ਕਿ ਜਿਹੜੀ ਸਾਡੀ ਟੀਕਾਕਰਨ ਮੁਹਿੰਮ ਆ ਉਹ ਦੁਨੀਆ ਦੀ ਸਭ ਤੋਂ ਤਾਕਤਵਰ, ਸਭ ਤੋਂ ਤੇਜ਼ ਤੇ ਸਭ ਤੋਂ ਵਿਸ਼ਾਲ ਜਿਹੜੀ ਆ ਟੀਕਾਕਰਨ ਮੁਹਿੰਮ ਆ। ਉਹਨੇ ਹੁਣ ਜਦੋਂ ਤੁਸੀਂ ਉਹਨੂੰ ਅੰਕੜਿਆਂ ਦੇ ਹਿਸਾਬ ਨਾਲ ਦੇਖਦੇ ਆ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਸਭ ਤੋਂ ਵੱਡੀ ਆ। ਪਰ ਤੁਸੀਂ ਉਹਨੂੰ ਵੱਡੀ ਸਿਰਫ ਗਿਣਤੀ 'ਚ ਕਹਿ ਸਕਦੇ ਆ। ਤੁਹਾਡੇ ਕੋਲ ਆਬਾਦੀ ਵੀ ਦੁਨੀਆ ਦੀ ਸਭ ਤੋਂ ਵੱਡੀ ਆ। 135 ਕਰੋੜ ਤੁਸੀਂ ਕਹੀ ਜਾਂਦੇ ਆ ਹੁਣ ਵੀ, ਉਹ 2011 ਦੇ ਅੰਕੜਿਆਂ ਨਾਲ 2020 ਦੇ ਵਿੱਚ ਤੇ ਅਸੀਂ ਜਨਗਣਨਾ ਹੀ ਨਹੀਂ ਕਰਵਾ ਸਕੇ। ਤੇ 135 ਕਰੋੜ ਲੋਕਾਂ ਦੇ ਵਿੱਚ ਜੇ ਤੁਸੀਂ 12 ਕਰੋੜ ਬੰਦਿਆਂ ਦੇ ਟੀਕੇ ਲਾਇਆ ਤਾਂ ਕੁੱਲ ਗਿਣਤੀ ਜਿਹੜੀ ਉਹ 8% ਬੈਠਦੀ ਆ। ਇਹ ਵੀ ਸਿਰਫ ਪਹਿਲੀ ਡੋਜ਼ ਦੀ ਮੈਂ ਗੱਲ ਕਰਦਾ। ਦੂਸਰੀ ਡੋਜ਼ ਦੇ ਅੰਕੜੇ ਬਹੁਤੇ ਕਰਕੇ ਸਾਹਮਣੇ ਨਹੀਂ ਆ ਰਹੇ। ਜੇ ਬਹੁਤ ਖੋਜਬੀਨ ਕਰਾਂਗੇ ਤਾਂ ਸ਼ਾਇਦ ਆ ਵੀ ਜਾਣਗੇ। ਪਰ ਪ੍ਰਧਾਨ ਮੰਤਰੀ ਦਾ ਇਸ ਗੱਲ ਨੂੰ ਕਹਿਣਾ, ਜੇ ਆਪਾਂ ਸਿਰਫ ਪਹਿਲਾਂ ਇਸ ਗੱਲ ਦੀ ਹੀ ਗੱਲ ਕਰੀਏ ਕਿ ਸਾਡਾ ਜਿਹੜਾ ਟੀਕਾਕਰਨ ਮੁਹਿੰਮ ਆ ਉਹ ਬਹੁਤ ਸਸ਼ਕਤ ਆ, ਬਹੁਤ ਤਾਕਤਵਰ ਆ, ਬਹੁਤ ਸਪੀਡ ਨਾਲ ਚੱਲ ਰਹੀ ਆ, ਤੇ ਉਹ ਕੋਈ ਐਸੀ ਗੱਲ ਹੈ ਨਹੀਂ। ਜੇ ਅਸੀਂ ਹੋਰ ਮੁਲਕਾਂ ਦੀ ਗੱਲ ਕਰੀਏ ਇਹਦੇ ਮੁਕਾਬਲੇ, ਇਜ਼ਰਾਈਲ ਇੱਕ ਇਹੋ ਜਿਹੀ ਅਦੀਦ ਕੰਟਰੀ ਆ ਜਿਹਨੇ 100% ਹੀ ਟੀਕਾਕਰਨ ਜਿਹੜਾ ਉਹ ਪੂਰਾ ਕਰ ਲਿਆ, ਤੇ ਉੱਥੇ ਉਹਨਾਂ ਨੇ ਆਪਣੀ ਜਿਹੜੀ ਲਾਈਫ ਆ ਉਹਨੂੰ ਨਾਰਮਲ ਕਰ ਦਿੱਤਾ। ਈਵਨ ਮਾਸਕ ਦੀ ਵੀ ਜਿਹੜੀ ਜ਼ਰੂਰਤ ਆ ਉਹਨੂੰ ਵੀ ਦਰਕਨਾਰ ਕਰ ਦਿੱਤਾ। ਅਮਰੀਕਾ ਨੇ 30% ਟੀਕੇ ਲਾਤੇ ਆ, ਬ੍ਰਿਟਨ ਨੇ 40% ਲਾਤੇ ਆ, ਤੇ ਹੋਰ ਯੂਰਪੀਅਨ ਬਹੁਤਿਆਂ ਮੁਲਕਾਂ ਨੇ ਬਹੁਤ ਸਾਰਾ ਟੀਕਾਕਰਨ ਦਾ ਜਿਹੜਾ ਕੰਮ ਆ ਉਹ ਮੁਕਾ ਲਿਆ। ਦਸੰਬਰ 'ਚ ਸ਼ੁਰੂ ਕਰ ਲਿਆ ਸੀ ਬਹੁਤਿਆਂ ਨੇ, ਕੁਝ ਨੇ ਜਨਵਰੀ 'ਚ ਕੀਤਾ ਹੋਵੇਗਾ। ਅਸੀਂ 16 ਜਨਵਰੀ ਸ਼ੁਰੂ ਕੀਤਾ ਸੀ। 16 ਜਨਵਰੀ ਤੋਂ ਲੈ ਕੇ 16 ਮਾਰਚ ਅਪ੍ਰੈਲ ਆ ਗਿਆ, 4 ਮਹੀਨੇ 3 ਮਹੀਨੇ ਲੰਘ ਗਏ, ਤੇ ਹਾਲੇ ਤੱਕ ਅਸੀਂ 8 ਕਰੋੜ ਟੀਕੇ ਲਾਏ ਆ। ਤੇ ਇਹਨੂੰ ਤੁਸੀਂ ਬਹੁਤ ਵੱਡੀ ਮੁਹਿੰਮ ਨਹੀਂ ਕਹਿ ਸਕਦੇ। ਜੇ ਮੈਂ ਇਹਦੇ ਗਰਾਊਂਡ ਲੈਵਲ ਦੀ ਗੱਲ ਕਰਾਂ ਤੇ ਬਹੁਤ ਸਾਰੇ ਪੰਜਾਬ ਦੇ ਉਹਦੇ ਵਿੱਚ ਸਟੇਸ਼ਨਾਂ ਦੇ ਉੱਤੇ ਜਿਹੜੇ ਟੀਕੇ ਆ ਉਹ ਬਹੁਤ ਘੱਟ ਮਿਲ ਰਹੇ ਆ। ਮੇਰੇ ਆਪ ਦੇ ਪਿੰਡ 'ਚ ਕੱਲ ਸਰਕਾਰੀ ਟੀਮ ਆਈ ਸੀ ਟੀਕੇ ਲਾਉਣ ਲਈ। 200 ਘਰ ਤੇ 1500 ਆਬਾਦੀ ਦਾ ਪਿੰਡ ਆ। ਇੱਕ ਪਿੰਡ ਨੂੰ ਨਾਲ ਜੋੜਿਆ ਗਿਆ ਸੀ ਤੇ ਟੀਕੇ ਉਹ ਸਿਰਫ ਲੈ ਕੇ ਆਏ ਸੀ 40। ਜੇ ਇਹਨੂੰ ਤੁਸੀਂ ਟੀਕਾਕਰਨ ਮੁਹਿੰਮ ਕਹਿੰਦੇ ਆ, ਤੁਹਾਨੂੰ ਲੱਗਦਾ ਕਿ ਜੇ 200 ਆਬਾਦੀ ਆ ਤੇ 40% ਜਾਂ 45 ਸਾਲ ਦੀ ਉਮਰ ਤੋਂ ਵੱਡੇ ਬੰਦੇ ਉਹਦੇ 'ਚ ਕਿੰਨੇ ਹੋਣਗੇ? 50% ਤੇ ਹੋਣਗੇ। ਤੇ ਉਹਨਾਂ ਲਈ ਉਹ ਟੀਕੇ ਲੈ ਕੇ ਆਏ 40, ਤੇ ਉਹਨਾਂ ਨੇ ਅਗਲੀ ਤਰੀਕ ਕੋਈ ਨਹੀਂ ਦੱਸੀ। ਫਿਰ ਉਹਦੇ 'ਚ ਇਹ ਵੀ ਹੋਇਆ ਕਿ ਕੁਝ ਲੋਕਾਂ ਨੂੰ ਉਹਨਾਂ ਨੇ ਮਨਾ ਕਰ ਦਿੱਤਾ ਕਿ ਤੁਹਾਨੂੰ ਬੁਖਾਰ ਆ ਜਾਂ ਤੁਹਾਨੂੰ, ਕਿਉਂਕਿ ਉਹਨਾਂ ਕੋਲ ਮਿਕਦਾਰ ਘੱਟ ਸੀ। ਸੋ ਜਿਹੜੀ ਟੀਕਾਕਰਨ ਮੁਹਿੰਮ ਆ ਇਹਨੂੰ ਬਹੁਤ ਤੇਜ਼ੀ ਨਾਲ ਚਲਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ, ਉਹ ਟਾਈਮ ਤੋਂ ਬਾਅਦ ਕੀਤਾ, ਉਹ ਇੱਕ ਮਜ਼ਾਕ ਦੀ ਗੱਲ ਹੈ। ਪਰ ਜਿਹੜੀ ਟੀਕਾਕਰਨ ਮੁਹਿੰਮ ਆ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਤੇਜ਼ੀ ਨਾਲ ਚੱਲ ਰਹੀ ਆ ਜਾਂ ਬਹੁਤ ਵਧੀਆ ਚੱਲ ਰਹੀ ਆ। ਇਹਨੂੰ ਹੋਰ ਤੇਜ਼ੀ ਨਾਲ ਚਲਾਇਆ ਜਾ ਸਕਦਾ ਹੈ ਜੀ। ਤੇ ਬਿਲਗਾ ਜੀ ਤੁਹਾਡੇ ਵੱਲ ਆਈਏ, ਤੇ ਰਾਤੀ ਜਦੋਂ ਫਲੈਸ਼ ਹੋਇਆ ਨਾ ਕਿ ਪ੍ਰਧਾਨ ਮੰਤਰੀ 8:45 ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ, ਉਸ ਵੇਲੇ ਮੇਰੇ ਵਰਗੇ ਆਮ ਸਾਰਿਆਂ ਦੇ ਮਨ 'ਚ ਇਹ ਸੀ ਹੁਣ ਪ੍ਰਧਾਨ ਮੰਤਰੀ ਪਤਾ ਨਹੀਂ ਕਿਹੜਾ ਐਲਾਨ ਕਰ ਦੇਣਗੇ, ਕਿਉਂਕਿ ਜਦੋਂ
ਨੋਟਬੰਦੀ ਕੀਤੀ ਸੀ, ਲੋਕਡਾਊਨ ਦਾ ਐਲਾਨ ਕੀਤਾ ਸੀ, ਇਹੀ ਡਰ ਸੀ ਕਿ ਹੁਣ ਲੋਕਡਾਊਨ ਦਾ ਐਲਾਨ ਤਾਂ ਨਹੀਂ ਹੋ ਜਾਏਗਾ। ਤੇ ਉਸ ਵੇਲੇ ਦੀ ਸਥਿਤੀ ਤੇ ਉਸ ਤੋਂ ਬਾਅਦ ਦੇ ਹਾਲਾਤ ਤੁਸੀਂ ਦੱਸਣੇ ਨੇ। ਪਰਮਿੰਦਰ ਜੀ, ਗੱਲ ਇਸ ਤਰ੍ਹਾਂ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਦੋਂ ਤੋਂ ਇਸ ਅਹੁਦੇ ਤੇ, ਇਸ ਗੱਦੀ ਤੇ ਪ੍ਰਧਾਨ ਮੰਤਰੀ ਦੇ ਦੇਸ਼ ਦੇ ਮੁਖੀ ਬਣੇ ਆ, ਜੀ ਉਤਸੁਕਤਾ ਵੀ ਹੁੰਦੀ ਹੈ ਸਾਰੇ ਲੋਕਾਂ ਦੇ ਵਿੱਚ, ਸਾਡੇ ਦੇਸ਼ ਦਾ ਰਾਜਾ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਨੂੰ, ਕੋਈ ਰਾਸ਼ਟਰ ਨੂੰ ਸੰਬੋਧਨ ਕਰ ਰਿਹਾ ਤੇ ਕੋਈ ਖਾਸ ਗੱਲ ਹੋਵੇਗੀ। ਜੀ ਪਰ ਆਪਾਂ ਦੇਖ ਰਹੇ ਹਾਂ ਪਿਛਲੇ 7 ਸਾਲ ਦਾ ਸਮਾਂ ਲਗਭਗ ਹੋ ਗਿਆ ਆ ਜੀ ਜਦੋਂ ਵੀ ਇਹ ਕਨਸੈਪਟ ਸ਼ੁਰੂ ਕੀਤਾ ਸੀ ਮਨ ਕੀ ਬਾਤ ਦਾ, ਤੇ ਹੁਣ ਤੱਕ ਬਹੁਤ ਮਸਲਿਆਂ ਦੇ ਵਿੱਚ ਜਾਂ ਬਹੁਤ ਮਾਮਲਿਆਂ ਦੇ ਵਿੱਚ ਇੱਦਾਂ ਕਦੀ ਹਜੇ ਤੱਕ ਤਸਵੀਰ ਬਣ ਕੇ ਰਹਿ ਗਈ ਇਸ ਮਨ ਕੀ ਬਾਤ ਦੀ ਵੀ ਜਿਸ ਦੇ ਨਾਲ ਇਹ ਮਨ ਕੀ ਬਾਤ ਹਾਸੋਹੀਣੀ ਜਿਹੜੀ ਆ ਉਹ ਜ਼ਿਆਦਾ ਲੱਗਦੀ ਆ। ਉਹਦਾ ਕਾਰਨ ਕੀ ਆ ਵੀ ਹਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਜੇ ਤੱਕ ਆਪਣਾ ਲੋਕਾਂ ਦੇ ਵਿੱਚ ਵਿਸ਼ਵਾਸ ਇੱਦਾਂ ਦਾ ਪੈਦਾ ਨਹੀਂ ਕਰ ਸਕੇ ਕਿ ਅੱਜ ਜਿਹੜੀ ਮੈਂ ਗੱਲ ਕਹਿ ਰਿਹਾ ਆ ਇਹਦੇ ਵਿੱਚ ਵਜਨ ਬਹੁਤ ਆ ਔਰ ਇਹ ਵਾਜਿਬ ਆ ਔਰ ਇਹ ਸਮੇਂ ਦੇ ਹਿਸਾਬ ਦੇ ਨਾਲ ਸਾਡੀ ਜ਼ਰੂਰੀ ਆ। ਬਹੁਤ ਸਾਰੀਆਂ ਪ੍ਰਧਾਨ ਮੰਤਰੀ ਦੀਆਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਤੱਥਾਂ ਤੋਂ ਦੂਰ ਹੁੰਦੀਆਂ ਆ, ਫੈਕਟ ਤੋਂ ਦੂਰ ਹੁੰਦੀਆਂ ਆ, ਤੇ ਉਹ ਮਜ਼ਾਕ ਲੋਕਾਂ 'ਚ ਬਣ ਕੇ ਰਹਿ ਜਾਂਦੀਆਂ। ਉਹਦੇ ਨਾਲ ਕੀ ਹੁੰਦਾ ਆ ਵੀ ਕੁਝ ਗੱਲਾਂ ਜੋ ਕੰਮ ਦੀਆਂ ਹੁੰਦੀਆਂ ਆ ਉਹਨਾਂ ਦਾ ਵੀ ਇੱਕ ਵੈਲਿਊ ਘਟ ਜਾਂਦੀ ਆ, ਉਹਨਾਂ ਦੀ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਜਿਹੜਾ ਘਰ ਕਰਨਾ ਹੁੰਦਾ ਗੱਲ ਨੇ ਉਹ ਗੱਲ ਘਰ ਕਰ ਨਹੀਂ ਪਾਉਂਦੀ। ਕਿ ਬਹੁਤ ਸਾਰੀਆਂ ਜਿਵੇਂ ਆਪਾਂ ਦੇਖਿਆ ਕਿ ਕੋਵਿਡ ਦੇ ਦੌਰਾਨ ਥਾਲੀਆਂ ਵਜਾ ਲਓ ਜੀ, ਟੱਲੀਆਂ ਵਜਾ ਲਓ ਜੀ, ਇੱਦਾਂ ਦੀਆਂ ਜਿਹੜੀਆਂ ਗੱਲਾਂ ਇੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠ ਕੇ ਇਹ ਉਸ ਅਹੁਦੇ ਦੀ ਮਰਿਆਦਾ ਦੇ ਮੁਤਾਬਕ ਬਹੁਤ ਯਾਨੀ ਕਿ ਕਹਿ ਸਕਦੇ ਕਿ ਉੱਚ ਦਰਜੇ ਦੀਆਂ ਨਹੀਂ ਹਨ। ਜੇ ਹੁਣ ਤੱਕ ਤਾਂ ਲੋਕਾਂ ਵੱਲੋਂ ਇਸ ਗੱਲ ਦਾ ਕਹਿ ਸਕਦੇ ਆ ਕਿ ਹੁਣ ਤੱਕ ਮਜ਼ਾਕ ਬਹੁਤ ਵੱਡੇ ਪੱਧਰ ਤੇ ਸਮਝਿਆ ਜਾਂਦਾ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਨੂੰ, ਜੇ ਅੱਜ ਤੱਕ ਕਿਤੇ ਜਨ ਕੀ ਬਾਤ ਹੋ ਜਾਂਦੀ ਤਾਂ ਸ਼ਾਇਦ ਇਹ ਹੁਣ ਤੱਕ ਦੇ ਜਿਹੜੇ ਹਾਲਾਤ ਆ ਇਹ ਹਾਲਾਤ ਜਿਹੜੇ ਦੇਸ਼ ਦੇ ਹੋਰ ਹੁੰਦੇ, ਕਿਉਂਕਿ ਜਨ ਕੀ ਬਾਤ ਹੋਰ ਹੁੰਦੀ ਆ, ਮਨ ਕੀ ਬਾਤ ਹੋਰ ਹੁੰਦੀ ਆ। ਚਾਹੇ ਕਿ ਮਜ਼ਾਕ ਤੌਰ ਤੇ ਲੋਕ ਇਸ ਚੀਜ਼ ਨੂੰ ਪ੍ਰਧਾਨ ਮੰਤਰੀ ਦੇ ਕਈ ਹੋਰ ਪਾਸਿਆਂ ਨੂੰ ਵੀ ਜੋੜਦੇ ਆ, ਪਰ ਫਿਰ ਵੀ ਜਦੋਂ ਇਹ ਐਲਾਨ ਆਉਂਦਾ ਅੱਜ ਮਨ ਕੀ ਬਾਤ ਹੋਣ ਵਾਲੀ ਆ, ਬਹੁਤਾਤ ਲੋਕਾਂ ਦਾ ਉਸ ਵੇਲੇ ਸਾਹ ਸੂਤਿਆ ਜਾਂਦਾ ਆ ਵੀ ਹੁਣ ਦੁਬਾਰਾ ਪਤਾ ਨਹੀਂ ਹੁਣ ਕਿਹੜਾ ਕੋਈ ਫਾਹਾ ਖੜਾ ਕਰ ਦੇਣਾ, ਕਿਹੜੀ ਕੋਈ ਗੱਲ ਹੋ ਜਾਣੀ ਆ, ਚਾਹੇ ਕੋਈ ਉਦਾਂ ਦੀ ਗੱਲ ਨਾ ਵੀ ਹੋਵੇ। ਪਰ ਮਨ ਕੀ ਬਾਤ ਦਾ ਲੋਕਾਂ ਨੂੰ ਚਾਅ ਘੱਟ ਚੜ੍ਹਦਾ ਆ, ਲੋਕਾਂ ਦੇ ਵਿੱਚ ਡਰ ਸਹਿਮ ਜਿਹੜਾ ਆ ਉਹ ਜ਼ਿਆਦਾ ਹੁੰਦਾ ਆ, ਕਿਉਂਕਿ ਹੁਣ ਵੀ ਜਿਹੜੀਆਂ ਆਪਾਂ ਗੱਲਾਂ ਬਾਤਾਂ ਇਹਦੀਆਂ ਪ੍ਰਧਾਨ ਮੰਤਰੀ ਦੀਆਂ ਹੋਈਆਂ ਆ ਉਹਦੇ ਵਿੱਚ ਡਰ ਸਹਿਮ ਇਹ ਚੀਜ਼ਾਂ ਜ਼ਿਆਦੀਆਂ ਕਿ ਕੋਈ ਪ੍ਰਧਾਨ ਮੰਤਰੀ ਜਾਂ ਬੀਜੇਪੀ ਦੀ ਸਰਕਾਰ ਉਹ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਭਰੋਸਾ ਨਹੀਂ ਬਣਾ ਸਕੀ। ਹਰ ਚੀਜ਼ ਨੂੰ ਇਲੈਕਸ਼ਨਾਂ ਦੇ ਨਾਲ ਤੋਲ ਮੋਲ ਕੇ ਜਦੋਂ ਦੇਖਿਆ ਜਾਂਦਾ ਆ ਤੇ ਫਿਰ ਕਿਸੇ ਇੱਕ ਵਿਅਕਤੀ ਦੇ ਮਨ ਦੀ ਬਾਤ ਹੋ ਸਕਦੀ ਆ, ਇਹ ਜਨ ਦੀ ਬਾਤ ਨਹੀਂ ਹੈਗੀ। ਤੇ ਅਸੀਂ ਇਸ ਵੇਲੇ ਤੁਹਾਡੀਆਂ ਮਨ ਦੀਆਂ ਗੱਲਾਂ ਜ਼ਰੂਰ ਸੁਣਾਂਗੇ ਪ੍ਰੋਗਰਾਮ ਵਿਚਾਰ ਚਰਚਾ 'ਚ, ਪਰ ਇਸ ਵੇਲੇ ਲੈਣੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ। ਤੇ ਅੰਮ੍ਰਿਤਪਾਲ ਸ਼ਰਮਾ ਜੀ ਤੁਹਾਡੇ ਵੱਲ ਆਉਂਦੇ ਆ। ਟੀਕਾਕਰਨ ਦੀ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ, ਮੈਨੂੰ ਲੱਗਦਾ ਹੈ ਕਿ ਮੋਗੇ ਦਾ ਇੱਕ ਪਿੰਡ ਜਿਹੜਾ ਹੈ ਉਹ ਚਰਚਾ ਦੇ ਵਿੱਚ ਹੈ ਟੀਕਾਕਰਨ ਨੂੰ ਲੈ ਕੇ। ਦੇਖੋ ਬਿਲਕੁਲ ਤੁਸੀਂ ਦੱਸਿਆ ਜੀ ਕਿ ਟੀਕਾਕਰਨ ਦੀ ਅਸੀਂ ਚਰਚਾ ਕੀਤੀ ਹੈ, ਅਸੀਂ ਚਰਚਾ ਕਰਦੇ ਸੀ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਦੀ, ਤੇ ਉਹਨਾਂ ਦਾ ਜਿਹੜਾ ਭਰੋਸਾ ਆ, ਉਹਨਾਂ ਦੀ ਜਿਹੜੀ ਗੱਲ ਦਾ ਵਜਨ ਆ, ਬਿਲਗਾ ਜੀ ਨੇ ਦੱਸਿਆ ਕਿ ਲੋਕ ਉਹਨੂੰ ਮਜ਼ਾਕ ਦੇ ਵਿੱਚ ਲੈਂਦੇ ਆ ਕਿਉਂਕਿ ਉਹ ਸਿਰਫ ਮਨ ਦੀ ਬਾਤ ਕਰਦੇ ਆ। ਆਪਣੇ ਮਨ ਦੀ ਗੱਲ ਕਰਨੀ ਵੀ ਚੰਗੀ ਗੱਲ ਆ, ਪਰ ਉਹਦੇ ਨਾਲ ਨਾਲ ਦੇਸ਼ ਦੀ ਨਬਜ਼ ਸਮਝਣੀ, ਦੇਸ਼ ਦੀ ਸਮੱਸਿਆ ਨੂੰ ਸਮਝਣਾ। ਇੰਨੇ ਦਿਨਾਂ ਤੋਂ ਮਾਰਚ ਤੋਂ ਗੱਲ ਚੱਲੀ ਹੋਈ ਆ ਕਿ ਕੇਸ ਜਿਹੜੇ ਆ ਵਧਣੇ ਸ਼ੁਰੂ ਹੋ ਗਏ, ਤੇ ਹੁਣ ਤੁਸੀਂ ਅਪ੍ਰੈਲ ਵੀ ਅੱਧੇ ਤੋਂ ਜ਼ਿਆਦਾ ਲੰਘ ਗਿਆ, ਅਖੀਰੇ ਹਫ਼ਤੇ 'ਚ ਅਸੀਂ ਪਹੁੰਚ ਗਏ ਹਾਂ, ਤੇ ਕਿਉਂਕਿ ਤੁਸੀਂ ਇਲੈਕਸ਼ਨਸ ਤੋਂ ਵਿਹਲੇ ਹੋ ਗਏ ਤੇ ਹੁਣ ਤੁਸੀਂ ਕਰੋਨਾ ਦੇ ਲਈ ਲੋਕਾਂ ਨੂੰ ਡਰਾਉਣਾ ਸ਼ੁਰੂ ਕਰਤਾ। ਡਰ ਹੈ ਵੀ, ਪਰ ਇਹਦੇ ਲਈ ਸਰਕਾਰ ਨੂੰ ਬਹੁਤ ਸਾਰੀਆਂ ਸਕੀਮਾਂ, ਬਹੁਤ ਸਾਰੀਆਂ ਸਿਸਟਮਸ ਤੇ ਹੈਲਥ ਡਿਪਾਰਟਮੈਂਟ ਨੂੰ ਬਹੁਤ ਤਕੜਿਆਂ ਕਰ ਲੈਣਾ ਚਾਹੀਦਾ ਸੀ, ਕਿਉਂਕਿ ਇਹ ਬਿਮਾਰੀ ਹੁਣ 2 ਸਾਲ ਪੁਰਾਣੀ ਆ। ਜਦੋਂ ਤੁਸੀਂ ਇਹਦੇ ਨਾਮ ਲੈਂਦੇ ਆ ਕੋਵਿਡ-19 19 ਦੇ ਦਸੰਬਰ 'ਚ ਵੀ ਜੇ ਗੱਲ ਆ ਗਈ ਸੀ ਤੇ 1.5 ਸਾਲ ਤੋਂ ਤਾਂ ਜ਼ਿਆਦਾ ਹੋ ਹੀ ਗਿਆ, ਤੇ ਤੁਹਾਨੂੰ ਇਹਦੇ ਲਈ ਤਿਆਰੀ ਕਰ ਲੈਣੀ ਚਾਹੀਦੀ ਸੀ, ਪਰ ਉਨੀ ਤਿਆਰੀ ਸਰਕਾਰ ਨਹੀਂ ਕਰ ਸਕੀ। ਤੁਸੀਂ ਟੀਕਾਕਰਨ ਮੁਹਿੰਮ ਦੀ ਗੱਲ ਕੀਤੀ ਆ, ਤੇ ਕਦੇ ਕਦੇ ਪੋਜ਼ਿਟਿਵ ਖਬਰ ਜਿਹੜੀ ਆ ਉਹ ਜ਼ਿਆਦਾ ਚੰਗੀ ਹੁੰਦੀ ਆ। ਬਹੁਤ ਸਾਰੇ ਲੋਕ ਹਾਲੇ ਟੀਕਾ ਲਵਾਉਣ ਤੋਂ ਡਰਦੇ ਨੇ ਜਾਂ ਉਹਦੇ 'ਤੇ ਭਰੋਸਾ ਜਿਹੜਾ ਨਹੀਂ ਪੂਰਾ ਕਰ ਪਾ ਰਿਹਾ, ਇਕੱਠਾ ਨਹੀਂ ਕਰ ਪਾ ਰਿਹਾ ਆਪਣਾ ਹੌਸਲਾ ਸਰਕਾਰ ਦੀਆਂ ਚੀਜ਼ਾਂ ਨੂੰ ਦੇਖਦੇ ਹੋਏ। ਪਰ ਮੋਗੇ ਦੇ ਜਿਸ ਪਿੰਡ ਦੀ ਤੁਸੀਂ ਗੱਲ ਕੀਤੀ ਆ, ਉਸ ਪਿੰਡ ਨੇ ਇਹ ਇੱਕ ਰਿਕਾਰਡ ਬਣਾਇਆ ਹੈ। ਇਜ਼ਰਾਈਲ ਨੇ ਸਾਰੇ ਦੇਸ਼ ਦੇ ਟੀਕਾ ਲਾਤਾ, ਤੇ ਉਸ ਪਿੰਡ ਨੇ ਹੁਣ ਤੱਕ 100% ਜਿਹੜਾ ਟੀਕਾਕਰਨ ਹੈ ਉਹ ਆਪਣੇ ਪਿੰਡ ਦਾ ਕਰਵਾ ਲਿਆ। ਤੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਨੇ ਉਸ ਪਿੰਡ ਨੂੰ ਵਧਾਈ ਦਿੱਤੀ ਆ, ਤੇ ਉਸ ਪਿੰਡ ਲਈ ਵਿਸ਼ੇਸ਼ ਕੁਝ ਰਿਆਇਤਾਂ ਦੇਣ ਦੀ ਵੀ ਗੱਲ ਕੀਤੀ ਹੈ, ਜਾਂ ਸ਼ਾਇਦ ਉਹਨਾਂ ਨੂੰ ਕੁਝ ਮਾਨ ਸਨਮਾਨ ਵੀ ਦਿੱਤਾ ਜਾਵੇਗਾ। ਇੱਕ ਚੰਗੀ ਗੱਲ ਹੈ, ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਆ, ਜਿਹੜੀ ਅਵੇਅਰਨੈਸ ਆ, ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਉਣੀ ਚਾਹੀਦੀ ਆ, ਪਰ ਸਿਹਤ ਨੂੰ ਲੈ ਕੇ ਸਭ ਤੋਂ ਪਹਿਲਾਂ ਆਉਣੀ ਚਾਹੀਦੀ ਹੈ। ਜੇ ਤੰਦਰੁਸਤੀ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਚੀਜ਼ ਹੈ, ਜੇ ਅਸੀਂ ਬਿਮਾਰੀ ਤੋਂ ਬਚੇ ਰਵਾਂਗੇ ਤੇ ਜ਼ਿਆਦਾ ਚੰਗੀ ਗੱਲ ਹੈ। ਤੇ ਉਸ ਦੇ ਨਾਲ ਹੀ ਗੱਲ ਜੇ ਅਸੀਂ ਕਰਦੇ ਕਰੋਨਾ ਦੇ ਅੰਕੜਿਆਂ ਦੀ, ਤੇ ਕਰੋਨਾ ਬਹੁਤ ਤੇਜ਼ੀ ਨਾਲ ਪੂਰੇ ਭਾਰਤ ਵਿੱਚ ਫੈਲ ਰਿਹਾ।
ਜੀ ਸਾਰੀਆਂ ਅਖਬਾਰਾਂ ਉਹਦੇ ਸੁਰਖੀਆਂ ਜਿਹੜੇ ਉਹਦੇ ਅੰਕੜੇ ਦੱਸਦੀਆਂ ਨੇ। ਰੋਜ਼ ਦੇ ਜਿਹੜੇ ਆਉਣ ਵਾਲੇ ਕੇਸ ਆ ਪਰਮਿੰਦਰ ਜੀ, ਉਹ 3 ਲੱਖ ਨੂੰ ਢੁੱਕ ਗਏ ਨੇ ਜੀ ਤੇ ਮੌਤਾਂ ਜਿਹੜੀਆਂ ਆ 2000 ਪਲੱਸ ਆ ਪਿਛਲੇ 24 ਘੰਟੇ ਦੀਆਂ ਭਾਰਤ ਦੀਆਂ। ਜੀ ਕਿ ਜੇ ਅਸੀਂ ਇਕੱਲੇ ਪੰਜਾਬ ਦੀ ਗੱਲ ਕਰੀਏ ਤੇ 5000 ਦੇ ਨੇੜੇ ਤੇੜੇ ਕੇਸ ਆ, 4500 ਤੋਂ ਕੁਝ ਵੱਧ ਤੇ 60 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਵਿੱਚ ਹੀ ਹੋਈਆਂ ਨੇ। ਜੀ ਤੇ ਮਹਾਰਾਸ਼ਟਰ ਦੇ ਵਿੱਚ 60000 ਤੋਂ ਵੀ ਵੱਧ ਕੇਸ ਨੇ। ਬਹੁਤ ਸਾਰੇ ਜਿਹੜੇ ਸਟੇਟ ਆ ਉਹਨਾਂ ਨੂੰ ਫਿਕਰ ਇਸੇ ਗੱਲ ਦੀ ਆ ਕਿ ਅਸੀਂ ਲੋਕਡਾਊਨ ਲਾਈਏ ਜਾਂ ਕੁਝ ਖਾਸ ਪਾਬੰਦੀਆਂ ਲਾਈਏ, ਕਿਉਂਕਿ ਜਦੋਂ ਲੋਕਡਾਊਨ ਕਰਦੇ ਆ ਤੇ ਫਿਰ ਜਿਹੜੀ ਜ਼ਿੰਦਗੀ ਦੇ ਰੁਜ਼ਗਾਰ ਦੇ ਵਸੀਲੇ ਉਹ ਖੁੱਸ ਜਾਂਦੇ ਆ। ਸਰਕਾਰਾਂ ਦੇ ਹੱਥ ਇਸ ਕੰਮ ਨੂੰ ਲੈ ਕੇ ਖੜੇ ਨੇ ਕਿ ਉਹ ਇੰਨੀ ਵੱਡੀ ਜਨਸੰਖਿਆ ਨੂੰ ਜੇ ਬੰਦ ਕਰਦੇ ਨੇ, ਜੇ ਅੰਦਰ ਤਾੜਦੇ ਨੇ ਤੇ ਰੋਟੀ ਦੇ ਵਸੀਲੇ ਕਿਵੇਂ ਚੱਲਣਗੇ। ਕਿਉਂਕਿ ਬੀਤੇ ਸਾਲ ਜੋ ਅਸੀਂ ਬੰਦ ਦੇਖਿਆ ਹੈ ਉਹਦੇ ਨਾਲ ਕਰੋਨਾ ਦਾ ਡਰ ਹੈ, ਕਰੋਨਾ ਦਾ ਖਤਰਾ ਵੀ ਹੈ, ਪਰ ਜ਼ਿੰਦਗੀ ਦੇ ਰੁਕਣ ਦਾ ਖਤਰਾ ਜਿਹੜਾ ਆ ਉਹ ਵੀ ਬਰਾਬਰ ਚੱਲਦਾ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਬੜਾ ਹਾਲੇ ਤੱਕ ਮੁਸ਼ਕਲ ਦੇ ਵਿੱਚ ਨੇ ਸਾਰੀਆਂ ਸਰਕਾਰਾਂ। ਤੇ ਕੇਂਦਰ ਸਰਕਾਰ ਨੇ ਆਪਣਾ ਜਿਹੜਾ ਕੰਮ ਆ ਉਹ ਇਸ ਗੱਲ ਨੂੰ ਕਹਿ ਕੇ ਮੁਕਾ ਲਿਆ ਹੈ ਕਿ ਕੇਂਦਰ ਸਰਕਾਰ ਨੇ ਇਹ ਗੱਲ ਕੱਲ ਪ੍ਰਧਾਨ ਮੰਤਰੀ ਦੇ ਬਿਆਨ ਵਿੱਚ ਕਹੀ ਹੈ ਕਿ ਲੋਕਡਾਊਨ ਜਿਹੜਾ ਉਹ ਅੰਤਿਮ ਵਿਕਲਪ ਹੋਵੇਗਾ। ਪਰ ਉਸ ਤੋਂ ਪਹਿਲਾਂ ਦੇ ਵਿਕਲਪ ਕੀ ਹੋਣਗੇ? ਰਾਤ ਦਾ ਕਰਫਿਊ ਬਹੁਤ ਸ਼ਹਿਰਾਂ ਦੇ ਵਿੱਚ ਲੱਗ ਰਿਹਾ ਹੈ, ਸਾਰੇ ਪੰਜਾਬ 'ਚ ਹੀ ਲੱਗਾ ਹੋਇਆ, ਪੰਜਾਬ ਤੋਂ ਬਾਹਰ ਵੀ ਬਹੁਤੀਆਂ ਸਟੇਟਾਂ ਨੇ ਲਾਇਆ ਹੈ ਤੇ ਲੋਕਡਾਊਨ ਲਾਉਣ ਤੋਂ ਕਈ ਸਟੇਟਾਂ ਹਾਲੇ ਤੱਕ ਨਾ ਕਰ ਰਹੀਆਂ ਕਿ ਨਹੀਂ ਲਾਉਣਾ। ਜੀ ਤੇ ਤੁਸੀਂ ਨਾ ਦੀ ਗੱਲ ਕੀਤੀ ਤੇ ਨਾ ਯੂਪੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਕਹਿੰਦੀ ਲੋਕਡਾਊਨ ਲਾਣਾ ਹੈ ਕਿ ਨਹੀਂ ਲਾਣਾ, ਹਾਈ ਕੋਰਟ ਦਾ ਕੀ ਜਵਾਬ ਤੇ ਹੁਣ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੈ। ਇਹ ਸਾਰਾ ਮਾਮਲਾ ਕੀ ਹੈ, ਥੋੜਾ ਜਿਹਾ ਤੁਸੀਂ ਦੱਸੋ, ਫਿਰ ਬਾਕੀ ਆਪਾਂ ਬਿਲਗਾ ਜੀ ਕੋ ਵਿਸਥਾਰ ਲਵਾਂਗੇ। ਜੀ, ਉਹ ਤੁਹਾਡੀ ਗੱਲ 'ਚ ਥੋੜਾ ਜਿਹਾ ਸੋਧ ਆ ਕਿ ਸੁਪਰੀਮ ਕੋਰਟ ਜਾਣ ਦੀ ਤਿਆਰੀ ਨਹੀਂ ਆ। ਸੁਪਰੀਮ ਕੋਰਟ ਯੂਪੀ ਸਰਕਾਰ ਚੱਲ ਗਈ ਆ, ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਰਡਰ ਨੂੰ ਸਟੇ ਕਰ ਦਿੱਤਾ। ਯੂਪੀ ਦੇ ਕੁਝ ਵੱਡੇ ਸ਼ਹਿਰਾਂ ਦੇ ਵਿੱਚ ਕਰੋਨਾ ਦੇ ਕਹਿਰ ਨੂੰ ਵਧਦੇ ਹੋਏ ਦੇਖ ਕੇ ਹਾਈ ਕੋਰਟ ਨੇ ਕਿਹਾ ਸੀ ਕਿ 5 ਸ਼ਹਿਰਾਂ ਦੇ ਵਿੱਚ ਕੰਪਲੀਟ ਲਾਕਡਾਊਨ ਲਾ ਦਿੱਤਾ ਜਾਵੇ। ਤੇ ਯੋਗੀ ਸਰਕਾਰ ਜਿਹੜੀ ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਜਿਹੜੇ ਸੰਨਿਆਸੀ ਨੇ ਗੋਰਖਨਾਥ ਮੱਠ ਦੇ, ਉਹਨਾਂ ਨੇ ਹਾਈ ਕੋਰਟ ਦੇ ਹੁਕਮ ਨੂੰ ਮੰਨਣ ਦੀ ਬਜਾਏ ਉਹਦੇ ਲਈ ਇੱਕ ਕੇਸ ਜਿਹੜਾ ਸੀਗਾ ਉਹ ਸੁਪਰੀਮ ਕੋਰਟ 'ਚ ਲਾ ਦਿੱਤਾ ਕਿ ਅਸੀਂ ਇਹਨੂੰ ਲਾਕਡਾਊਨ ਨੂੰ ਨਹੀਂ ਲਾਉਣਾ ਚਾਹੁੰਦੇ। ਸੁਪਰੀਮ ਕੋਰਟ ਨੇ ਸਟੇ ਤਾਂ ਦੇ ਦਿੱਤੀ ਹਾਈ ਕੋਰਟ ਦੇ ਖਿਲਾਫ ਕਿ ਠੀਕ ਹੈ ਇਹਨਾਂ ਨੂੰ ਨਾ ਲਾਉਣ, ਪਰ ਉਹਨਾਂ ਨੇ ਸਰਕਾਰ ਨੂੰ ਬਹੁਤ ਸਖਤੀ ਨਾਲ ਇਹ ਗੱਲ ਪੁੱਛੀ ਆ ਕਿ ਜੇ ਤੁਸੀਂ ਲਾਕਡਾਊਨ ਨਹੀਂ ਲਾਉਣਾ ਚਾਹੁੰਦੇ ਤਾਂ ਕੀ ਤੁਹਾਡੇ ਕੋਲ ਤਿਆਰੀ ਹੈ, ਕੀ ਇੰਤਜ਼ਾਮ ਹਨ ਤੁਹਾਡੇ ਕੋਲ ਲੋਕਾਂ ਨੂੰ ਬਚਾਉਣ ਦੇ। ਉਸ ਦੇ ਨਾਲ ਉਹਨਾਂ ਨੇ ਇੱਕ ਐਮਐਕਸ ਕਿਊਰੀ ਵੀ ਬਿਠਾ ਦਿੱਤੀ ਆ ਜਿਹੜੀ ਇਸ ਪ੍ਰਾਂਤ ਦੇ ਕਰੋਨਾ ਦੇ ਸੰਕਟ ਨੂੰ ਤੇ ਵੱਡੇ ਸ਼ਹਿਰਾਂ ਦੇ ਉੱਤੇ ਖਾਸ ਤੌਰ ਤੇ ਨਜ਼ਰਸਾਨੀ ਕਰਕੇ ਸੁਪਰੀਮ ਕੋਰਟ ਨੂੰ ਦੱਸੇਗੀ ਕਿ ਰਾਜ ਸਰਕਾਰ ਕੀ ਕਰ ਰਹੀ ਆ ਤੇ ਉਹਦੇ ਕੀ ਨੁਕਸਾਨ ਹੋ ਰਹੇ ਨੇ ਜਾਂ ਕੁਝ ਸਥਿਤੀ 'ਚ ਸੁਧਾਰ ਹੋਇਆ ਹੈ। ਜੇ ਅਗਲੀ ਤਰੀਕ ਤੱਕ ਕੁਝ ਹਾਲਾਤ ਬਦਲਣਗੇ ਫਿਰ ਸੁਪਰੀਮ ਕੋਰਟ ਉਸ ਚੀਜ਼ ਨੂੰ ਦੇਖੇਗੀ। ਪਰ ਦੇਖਣ ਵਾਲੀ ਗੱਲ ਇਹ ਆ ਕਿ ਅਸੀਂ ਬਹੁਤ ਵਾਰ ਇਹ ਗੱਲ ਦੇਖਦੇ ਹਾਂ ਕਿ ਕੋਈ ਵੀ ਗੱਲ ਹੋਵੇ, ਸਾਡੇ ਕੋਲ ਮਸਲੇ ਦਾ ਹੱਲ ਹੋਵੇ ਜਾਂ ਨਾ ਹੋਵੇ, ਅਸੀਂ ਹੋਰ ਕੁਝ ਕਰੀਏ ਜਾਂ ਨਾ ਕਰੀਏ, ਅਸੀਂ ਕੋਰਟ ਨੂੰ ਜ਼ਰੂਰ ਚਲੇ ਜਾਂਦੇ ਹਾਂ। ਜੇ ਹਾਈ ਕੋਰਟ ਨੇ ਕਿਹਾ ਸੀ ਕਿ ਤੁਹਾਡੇ ਹਾਲਾਤ ਬਦਲਦੇ ਪਏ ਨੇ, ਤੁਹਾਡੇ ਕਰੋਨਾ ਵੱਧਦਾ ਪਿਆ, ਤੇ ਸੁਪਰੀਮ ਕੋਰਟ ਜਾਣ ਨਾਲੋਂ ਜੇ ਲਾਕਡਾਊਨ ਲਾ ਵੀ ਦਿੰਦੇ ਤਾਂ ਕਿੱਡੀ ਵੱਡੀ ਗੱਲ ਸੀ। ਅਸੀਂ ਹਰ ਗੱਲ ਦੇ ਵਿੱਚ ਕੋਰਟ ਨੂੰ ਦੌੜਦੇ ਹਾਂ ਤੇ ਸੁਪਰੀਮ ਕੋਰਟ ਨੇ ਹੁਣ ਇਹੀ ਕਿਹਾ ਕਿ ਤੁਸੀਂ ਆਪਣੇ ਜਿਹੜੇ ਇੰਤਜ਼ਾਮਾਤ ਆ ਉਹਨਾਂ ਦਾ ਵੇਰਵਾ ਦਿਓ, ਉਹਨਾਂ ਨੂੰ ਚੈੱਕ ਕਰੋ। ਸੋ ਸਰਕਾਰਾਂ ਨੂੰ ਇਸ ਗੱਲ ਲਈ ਬਹੁਤ ਤਰੱਦਦ ਨਾਲ ਦੇਖਣਾ ਪਵੇਗਾ ਕਿ ਕੋਵਿਡ ਦੇ ਜਿਹੜੇ ਸਿਚੁਏਸ਼ਨਸ ਕੀ ਆ ਤੇ ਉਹਦੇ ਲਈ ਕੀਤਾ ਕੀ ਜਾ ਸਕਦਾ। ਹਾਲਾਂਕਿ ਹੁਣ ਤੱਕ ਦੇ ਜੋ ਹਾਲਾਤ ਨੇ, ਜੋ ਅੰਤਰਰਾਸ਼ਟਰੀ ਮਾਹਰਾਂ ਨੇ ਕਿਹਾ ਹੈ, ਜੋ ਮੈਡੀਕਲ ਨਾਲ ਸੰਬੰਧਿਤ ਰਿਸਰਚਾਂ ਦੱਸ ਰਹੀਆਂ ਨੇ ਕਿ ਲਾਕਡਾਊਨ ਹੁਣ ਹੱਲ ਨਹੀਂ ਹੈ। ਕਿਉਂਕਿ ਹੁਣ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਵਾਇਰਸ ਆ ਇਹ ਹਵਾ 'ਚ ਸਪਰੈਡ ਹੋ ਰਿਹਾ ਤੇ ਹਵਾ ਤੋਂ ਹੀ ਅੱਗੇ ਚੱਲ ਰਿਹਾ। ਇਸ ਕਰਕੇ ਲਾਕਡਾਊਨ ਹੁਣ ਵੱਡਾ ਕਾਰਗਰ ਹਥਿਆਰ ਨਹੀਂ ਸਾਬਤ ਹੋਵੇਗਾ। ਹੁਣ ਤੇ ਟੀਕਾਕਰਨ ਨੂੰ ਤੇਜ਼ ਕਰਨਾ ਪਵੇਗਾ ਜਾਂ ਫਿਰ ਲੋਕਾਂ ਨੂੰ ਬਿਲਕੁਲ ਹੀ ਆਪਣੇ ਆਪ ਦਾ ਜਿਹੜਾ ਖਿਆਲ ਹੈ ਉਹ ਰੱਖਣਾ ਪਵੇਗਾ। ਜੀ ਤੇ ਬਿਲਕੁਲ ਜੀ, ਤੁਹਾਡੇ ਵੱਲ ਆਉਂਦੇ ਆ, ਕਰੋਨਾ ਵੱਧ ਰਿਹਾ ਹੈ, ਤੁਸੀਂ ਕਿਸਾਨ ਅੰਦੋਲਨ ਵਾਲੀਆਂ ਥਾਵਾਂ ਤੇ ਵੱਖ-ਵੱਖ ਥਾਵਾਂ ਤੇ ਜਾ ਕੇ ਆਏ ਹੋ, ਉੱਥੋਂ ਕਿਹੋ ਜਿਹੇ ਹਾਲਾਤ ਨੇ ਕਰੋਨਾ ਨੂੰ ਲੈ ਕੇ? ਪਰਮਿੰਦਰ ਜੀ, ਗੱਲ ਤੁਸੀਂ ਕਿਸਾਨ ਅੰਦੋਲਨ ਦੀ ਕੀਤੀ ਆ ਤੇ ਆਪਾਂ ਦੇਖਦੇ ਹਾਂ ਕਿ ਕੋਵਿਡ-19 ਦੀਆਂ ਜਦੋਂ 22 ਮਾਰਚ 2020 ਨੂੰ ਆਪਣਾ ਲਾਕਡਾਊਨ ਹੁੰਦਾ ਜਾਂ ਕਰਫਿਊ ਲੱਗਦਾ ਆ, ਹਾਲਾਤ ਇਦਾਂ ਦੇ ਸਰਕਾਰਾਂ ਨੇ ਸਾਡੇ ਸਾਹਮਣੇ ਜਾਂ ਆਮ ਲੋਕਾਂ ਦੇ ਸਾਹਮਣੇ ਕਰ ਦਿੱਤੇ ਆ ਕਿ ਇਸ ਬਿਮਾਰੀ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਆ। ਇਹ ਬਿਮਾਰੀ ਰਾਜਨੀਤਿਕ ਪਾਰਟੀਆਂ ਸਾਰੀਆਂ ਹੀ, ਕਿਸੇ ਕੋ ਘੱਟ ਕੋਈ ਨਹੀਂ ਹੈਗਾ ਇਹਨਾਂ 'ਚ। ਜਦੋਂ ਇਹਨਾਂ ਨੇ ਆਪਣੇ ਰਾਜਨੀਤਿਕ ਲਾਭ ਹੁੰਦੇ ਆ, ਰਾਜਨੀਤਿਕ ਹਾਣ ਹੁੰਦੇ ਆ, ਆਪਣਾ ਲਾਭ ਹਾਣ ਦੇਖ ਕੇ ਇਸ ਕੋਵਿਡ ਨੂੰ ਜਦੋਂ ਲੋਕਾਂ ਦੇ ਉੱਤੇ ਅਪਲਾਈ ਕੀਤੀ ਜਾਂਦੀਆਂ, ਗਾਈਡਲਾਈਨ ਅਪਲਾਈ ਕੀਤੀਆਂ ਜਾਂਦੀਆਂ ਤੇ ਲੋਕਾਂ ਦੇ ਵਿੱਚ ਇਹ ਚੀਜ਼ ਇੱਕ ਮਜ਼ਾਕ ਬਣ ਕੇ ਰਹਿ ਗਈ ਆ। ਹਜੇ ਤੱਕ ਸਰਕਾਰ ਤਕਰੀਬਨ ਕਹਿ ਸਕਦੇ ਵੀ ਆਪਾਂ 22 ਮਾਰਚ ਦਾ ਦੇਖ ਲਈਏ 2020 ਦਾ ਤੇ 12, 13, 14 ਮਹੀਨੇ ਦਾ ਸਮਾਂ ਤਕਰੀਬਨ ਭਾਰਤ ਵਿੱਚ ਐਕਟਿਵਲੀ ਹੋ ਗਿਆ।
ਲੋਕਾਂ ਨੇ ਜੋ ਸਰਕਾਰ ਨੇ ਕਿਹਾ ਆ ਉਹ ਸਿਰ ਮੱਥੇ ਕਰਕੇ ਰੱਬ ਦਾ ਹੁਕਮ ਕਰਕੇ ਮੰਨਿਆ। ਜੀ। ਪਰ ਫਿਰ ਵੀ ਜਦੋਂ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਨੂੰ ਜਦੋਂ ਆਪਣੀਆਂ ਰਾਜਨੀਤਿਕ ਲਾਭ ਲਈ ਇਹ ਰੈਲੀਆਂ ਫਿੱਟ ਬੈਠਦੀਆਂ ਆ, ਇਲੈਕਸ਼ਨਾਂ ਲੜਨੀਆਂ ਆ, ਸੂਬਿਆਂ 'ਚ ਸਰਕਾਰਾਂ ਬਣਾਉਣੀਆਂ ਆ, ਉਸ ਵੇਲੇ ਸਰਕਾਰਾਂ ਦੀਆਂ ਗਾਈਡਲਾਈਨ ਸਾਰੀਆਂ ਜਿਹੜੀਆਂ ਆ ਉਹ ਧਰੀਆਂ ਦੇ ਧਨੀਆਂ ਰਹਿ ਜਾਂਦੀਆਂ। ਜਦੋਂ ਇਹਨਾਂ ਦੇ ਆਪਣੇ ਰਾਜਨੀਤਿਕ ਹਿੱਤ ਪੂਰੇ ਹੋ ਜਾਂਦੇ ਆ ਤੇ ਉਦੋਂ ਜਿਹੜੇ ਆ ਇਹ ਲੋਕਾਂ ਦੇ ਉੱਤੇ ਆਣ ਕੇ ਆਪਣੀਆਂ ਗਾਈਡਲਾਈਨ ਰਾਹੀਂ ਲੋਕਾਂ ਦੇ ਉੱਤੇ ਆਣ ਕੇ ਸਖਤੀ ਕਰਦੇ ਆ। ਉਹ ਜਿਹੜੀ ਸਖਤੀ ਹਜੇ ਤੱਕ ਹੋ ਰਹੀ ਆ ਤੇ ਇੱਕ ਲੋਕਾਂ ਦਾ ਵਿਸ਼ਵਾਸ ਜਾਂ ਲੋਕਾਂ ਦੇ ਵਿੱਚ ਇੱਕ ਭਰੋਸਾ ਪੈਦਾ ਕਰਨਾ ਵੀ ਸਰਕਾਰ ਜੋ ਕਹਿ ਰਹੀ ਆ ਉਹ ਤੁਹਾਡੀ ਸਿਹਤ ਦੇ ਫਿੱਟ 'ਚ ਆ, ਸਾਡੇ ਦੇਸ਼ ਦੇ ਹਿੱਤ 'ਚ ਆ, ਉਹ ਚੀਜ਼ ਹਜੇ ਤੱਕ ਸਰਕਾਰ ਲੋਕਾਂ ਦਾ ਮਨ ਨਹੀਂ ਜਿੱਤ ਸਕੀ, ਖਾਸ ਕਰਕੇ ਕੋਵਿਡ ਦੇ ਇਸ ਸਾਰੇ ਐਪੀਸੋਡ ਦੇ ਵਿੱਚ। ਹੁਣ ਆਈਏ ਗੱਲ ਕਿਸਾਨਾਂ ਦੀ। ਕਿਸਾਨਾਂ ਵੱਲੋਂ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ। ਇੱਕ ਤਾਂ ਵੈਸੇ ਵੀ ਆਪਾਂ ਕੁਦਰਤੀ ਵੀ ਕੋਈ ਗੱਲ ਦੇਖੀਏ, ਹੁਣ ਤੱਕ 300 ਤੋਂ ਉੱਪਰ ਉੱਥੇ ਲੋਕ ਜਿਹੜੇ ਇਸ ਕਿਸਾਨੀ ਸੰਘਰਸ਼ ਵਿੱਚ ਆਪਣੀ ਜਾਨ ਦੇ ਚੁੱਕੇ ਆ। ਹਜੇ ਤੱਕ ਕੋਈ ਇੱਦਾਂ ਦੀ ਵੱਡੀ ਖਬਰ ਨਹੀਂ ਆਈ ਵੀ ਉਹਨਾਂ 350 ਕਿਸਾਨਾਂ ਦੇ ਵਿੱਚ ਕੋਈ ਕੋਵਿਡ ਦੇ ਨਾਲ ਪੀੜਤ ਕੋਈ ਕਿਸਾਨ ਦਾ ਆਪਣਾ ਪਰਿਵਾਰ ਨਾਲੋਂ ਵਿਛੜਿਆ ਹੋਵੇ। ਫਿਰ ਵੀ ਦੇਖਦੇ ਆ ਕਿ ਕਿਤੇ ਨਾ ਕਿਤੇ ਉੱਥੇ ਜਿੱਦਾਂ ਲੋਕ ਬੈਠੇ ਲੰਗਰ ਛਕਦੇ ਆ, ਇਕੱਠੇ ਇੱਕ ਮੰਜੇ ਤੇ ਬੈਠਦੇ ਆ, ਕੋਈ ਕਿਸੇ ਤਰ੍ਹਾਂ ਦਾ ਪਿਛਲੇ 4.5 ਮਹੀਨੇ ਦੇ ਨੇੜੇ ਤੇੜੇ ਦਾ ਸਮਾਂ ਹੁਣ ਹੋ ਚੁੱਕਾ ਹੈ, ਕੋਈ ਇਦਾਂ ਦੀ ਗੱਲ ਹੈ ਨਹੀਂ। ਮੇਰੀ ਲੀਡਰਾਂ ਨਾਲ ਵੀ ਗੱਲ ਹੋਈ ਆ, ਉਹਨਾਂ ਦਾ ਵੀ ਇੱਕੋ ਹੀ ਕਹਿਣ ਆ ਵੀ ਕੋਵਿਡ ਦਾ ਜਿੰਨਾ ਸਾਨੂੰ ਖਤਰਾ ਹੈ ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ, ਉਸ ਤੋਂ ਜ਼ਿਆਦਾ ਖਤਰਾ ਜਿਹੜਾ ਆ ਸਾਨੂੰ ਜਿਹੜੇ 3 ਖੇਤੀ ਕਾਨੂੰਨ ਆ ਉਹਨਾਂ ਦਾ ਆ। ਇਹ 3 ਖੇਤੀ ਕਾਨੂੰਨ ਜਿਹੜੇ ਸਾਡੇ ਕੋਵਿਡ ਨਾਲੋਂ ਵੀ ਸਾਡੇ ਲਈ ਜ਼ਿਆਦਾ ਖਤਰਨਾਕ ਆ ਤੇ ਇਸੇ ਕਰਕੇ ਜਿਹੜਾ ਆ ਉਹਨਾਂ ਦੇ ਵਿੱਚ ਇਹ ਚੀਜ਼ ਦਾ ਅਵੇਅਰ ਵੀ ਹੈਗੇ ਆ, ਪਰ ਉਹ ਲੰਬੀ ਸੋਚ ਚੱਲ ਕੇ ਵੀ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਇਸ ਕਾਨੂੰਨਾਂ ਨੇ ਕੋਵਿਡ ਨਾਲੋਂ ਵੀ ਜ਼ਿਆਦਾ ਸਾਡੀ ਉਹਦਾ ਨਾ ਇਹਨੇ ਖਾਤਮਾ ਕਰ ਦੇਣਾ। ਕਿਉਂਕਿ ਉਹਨਾਂ ਦਾ ਇਹ ਵੀ ਮੰਨਣਾ ਆ ਕਿ ਜਦੋਂ ਇਹ ਖੇਤੀ ਕਾਨੂੰਨ ਅਪਲਾਈ ਹੋਏ ਆ ਤੇ ਲੋਕਾਂ ਨੂੰ ਪਹਿਲਾਂ ਅੰਦਰ ਵਾੜਿਆ ਗਿਆ, ਲੋਕਾਂ ਦੇ ਮੂੰਹ ਤੇ ਪੱਟੀਆਂ ਲਾਈਆਂ ਗਈਆਂ, ਕਰਫਿਊ ਲਾ ਕੇ ਲੋਕ ਅੰਦਰ ਵਾੜ ਕੇ ਸਰਕਾਰ ਨੇ ਆਪਣੇ ਜਿਹੜੇ ਮਨਚੇ ਸੀਗੇ ਕਾਰਪੋਰੇਟ ਖੇਤਰਾਂ ਦੇ ਵਿੱਚ ਜਿਹੜਾ ਸਰਕਾਰ ਨੇ ਭੁਗਤਣਾ ਸੀ ਉਹ ਕੋਵਿਡ-19 ਦੀਆਂ ਗਾਈਡਲਾਈਨ ਇੰਨੀਆਂ ਹਾਰਡ ਸੀ, ਲੋਕਾਂ ਨੂੰ ਕੋਈ ਮੁਜ਼ਾਹਰਾ ਕਰਨ ਦਾ, ਲੋਕਾਂ ਨੂੰ ਵਿਰੋਧ ਕਰਨ ਦਾ ਸਮਾਂ ਹੀ ਨਹੀਂ ਦਿੱਤਾ। ਹੁਣ ਵੀ ਇਹ ਚੀਜ਼ ਲੋਕਾਂ ਵੱਲੋਂ ਦੇਖੀ ਜਾ ਰਹੀ ਵੀ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਪ੍ਰਧਾਨ ਮੰਤਰੀ ਨੇ ਅਮਿਤ ਸ਼ਾਹ ਨੇ ਐਡੇ ਐਡੇ ਦੇਸ਼ ਦਾ ਗ੍ਰਹਿ ਮੰਤਰੀ ਆ, ਦੇਸ਼ ਦਾ ਪ੍ਰਧਾਨ ਮੰਤਰੀ ਆ, ਤਾਂ ਹੀ ਸ਼ਾਮ ਨੂੰ ਜਦੋਂ ਇਹਨਾਂ ਦਾ 8-9 ਵਜੇ ਤੱਕ ਬਿਆਨ ਆਉਂਦਾ ਨਾ ਲੋਕੀ ਸੋਚਦੇ ਆ ਵੀ ਇਹ ਬੰਦੇ ਨੇ ਹੁਣ ਪਤਾ ਨਹੀਂ ਕੀ ਕਹਿ ਦੇਣਾ। ਅੱਜ ਤੋਂ 4 ਦਿਨ ਪਹਿਲਾਂ 10 ਦਿਨ ਪਹਿਲਾਂ ਤੱਕ ਅਮਿਤ ਸ਼ਾਹ ਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਨੂੰ ਇਦਾਂ ਦਾ ਲਫ਼ਜ਼ ਵਰਤਣਾ ਨਹੀਂ ਚਾਹੀਦਾ, ਕਹਿ ਸਕਦੇ ਕਿ ਜਿੱਦਾਂ ਲੋਕਾਂ ਨੂੰ ਉਸ ਇਕੱਠਾਂ ਦੇ ਵਿੱਚ ਇੱਕ ਨਾ ਤੂੜਿਆ ਜਾਂਦਾ, ਇੱਦਾਂ ਵੱਡੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਵੱਡੇ ਵੱਡੇ ਇਕੱਠਾਂ ਦੇ ਵਿੱਚ ਉੱਥੇ ਆਪਣੀਆਂ ਰੈਲੀਆਂ ਕੀਤੀਆਂ। ਕੀ ਕੋਵਿਡ 5 ਦਿਨ 'ਚ ਆ ਗਿਆ, 7 ਦਿਨ 'ਚ ਆ ਗਿਆ, 10 ਦਿਨ 'ਚ ਆ ਗਿਆ? ਗੱਲ ਇੱਕੋ ਹੀ ਆ ਵੀ ਪੱਛਮੀ ਬੰਗਾਲ ਦਾ ਚੋਣ ਪ੍ਰਚਾਰ ਦਾ ਇਹ ਹੁਣ ਬੰਦ ਕਰ ਚੁੱਕੇ ਆ। ਆਖਰੀ ਦੀ ਜਿਹੜੀ ਗੇੜ ਦੀ 29 ਤਰੀਕ ਨੂੰ ਇਲੈਕਸ਼ਨ ਪੋਲਿੰਗ ਹੋ ਜਾਣੀ ਆ, 2 ਨੂੰ ਰਿਜ਼ਲਟ ਆ ਜਾਣਾ। ਹੁਣ ਜਿਹੜੇ ਪੋਲੀਟੀਕਲ ਹਿੱਤ ਸੀ ਜਿਹੜੇ ਇਹ ਸਰਕਾਰ ਦੇ ਜਾਂ ਬੀਜੇਪੀ ਦੇ ਸਾਰੇ ਹੱਲ ਹੋ ਗਏ ਆ। ਹੁਣ ਉਹ ਹਿੱਤ ਜਿਹੜਾ ਆ ਆਪਣਾ ਹੱਲ ਹੋਣ ਤੋਂ ਬਾਅਦ ਹੁਣ ਕਿਸਾਨਾਂ ਦੇ ਮੁਤਾਬਕ ਇਹ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਟਾਰਗੇਟ ਕਰਨਾ ਚਾਹੁੰਦੇ ਆ। ਕੋਵਿਡ ਦੇ ਕੇਸ ਹੀ ਨਹੀਂ ਕਦੋਂ ਵਧਾਉਣੇ ਆ, ਕਦੋਂ ਜ਼ਿਆਦਾ ਟੈਸਟਿੰਗ ਕਰਨੀ ਆ, ਕਦੋਂ ਇਹਦੀ ਲੋਕਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਇਹਦਾ ਡਰ ਪੈਦਾ ਕਰਨਾ ਆ। ਇਹ ਕਿਸਾਨਾਂ ਵੱਲੋਂ ਅੰਦੇਸ਼ੇ ਪਹਿਲਾਂ ਵੀ ਜਾਰੀ ਹੁੰਦੇ ਰਹੇ ਆ, ਹੁਣ ਵੀ ਕਿਸਾਨਾਂ ਵੱਲੋਂ ਇੱਕੋ ਹੀ ਆ ਵੀ ਕੋਵਿਡ ਦੇ ਨਾਂ ਤੇ ਕੋਵਿਡ ਦਾ ਡਰ ਭੈ ਦੇ ਕੇ ਇਹਨਾਂ ਨੇ ਖੇਤੀ ਅੰਦੋਲਨ ਜਿਹੜਾ ਸਾਡਾ ਚੱਲ ਰਿਹਾ ਆ ਉਹਨੂੰ ਇਹ ਟਾਰਗੇਟ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਜੇ ਅੱਜ ਤੱਕ ਕੋਵਿਡ ਨੂੰ ਨਹੀਂ ਲੋਕਾਂ ਦੇ ਦਿਮਾਗ ਵਿੱਚ ਲੋਕਾਂ ਨਾਲ ਸਹੀ ਡੀਲ ਕਰ ਸਕੀ ਤੇ ਸਰਕਾਰ ਹਜੇ ਤੱਕ ਆਪਣਾ ਭਰੋਸਾ ਹੀ ਨਹੀਂ ਕਾਇਮ ਕਰ ਸਕੀ। ਆਕਸੀਜਨ ਦੀ ਹਜੇ ਤੱਕ ਆਪਾਂ ਸਾਲ ਦਾ ਸਮਾਂ ਹੋ ਗਿਆ, ਆਕਸੀਜਨ ਦੇ ਹਜੇ ਤੱਕ ਪ੍ਰਧਾਨ ਮੰਤਰੀ ਰੋਣੇ ਰੋਈ ਜਾਂਦੇ ਆ। ਬਿਲਕੁਲ ਜੀ, ਆਪਾਂ ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ, ਪਰ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਹੋ ਚੁੱਕਾ ਹੈ ਬ੍ਰੇਕ ਦਾ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਬਿਲਗਾ ਜੀ, ਆਕਸੀਜਨ ਦਾ ਮੁੱਦਾ ਚੱਲ ਰਿਹਾ ਸੀ ਜਦੋਂ ਆਪਾਂ ਬ੍ਰੇਕ ਦਾ ਇਸ਼ਾਰਾ ਹੋ ਗਿਆ, ਤੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਆਕਸੀਜਨ ਦੀ ਘਾਟ ਕਿਵੇਂ ਪੂਰੀ ਕਰ ਰਹੀ ਹੈ ਸਰਕਾਰ? ਆਕਸੀਜਨ ਦਾ ਜਿੱਦਾਂ ਪ੍ਰਧਾਨ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਵੀ ਇਹ ਸਾਡੇ ਕੋਲ ਹਜੇ ਪੂਰਨ ਪ੍ਰਬੰਧ ਹੈ ਨਹੀਂ ਗੇ। ਆਪਾਂ ਅਖਬਾਰਾਂ 'ਚ ਪਿਛਲੇ ਦਿਨਾਂ ਤੋਂ ਵੀ ਪੜ੍ਹਦੇ ਹਾਂ ਵੀ ਸਰਕਾਰ 1 ਸਾਲ ਦੇ ਵਿੱਚ ਇਸ ਬਿਮਾਰੀ ਨਾਲ ਨਿਪਟਣਾ, ਟੀਕਾਕਰਨ ਤੱਕ ਆਉਣਾ, ਹਜੇ ਤੱਕ 1 ਸਾਲ 'ਚ ਜੇ ਅਸੀਂ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕੇ। ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਰਾਜਨਾਥ ਸਿੰਘ ਨੇ ਵੀ ਬਿਆਨ ਆਇਆ, ਸਰਕਾਰ ਦਾ ਬਿਆਨ ਆ ਵੀ ਜਿਹੜੀ ਭਾਰਤੀ ਫੌਜ ਆ ਉਹ ਹੁਣ ਸਿਵਲ ਪ੍ਰਸ਼ਾਸਨ ਨੂੰ ਜਿਹੜਾ ਆ ਉਹ ਸਹਿਯੋਗ ਕਰੂਗੀ। ਤੇ ਹੁਣ ਇਹ ਅੱਜ ਹੀ ਸਹਿਯੋਗ ਕਿਉਂ ਹੋ ਰਿਹਾ? ਜੋ ਗੱਲ ਆਪਾਂ ਜੋੜਦੇ ਹਾਂ ਵੀ ਜਦੋਂ ਸਰਕਾਰਾਂ ਨੂੰ ਜਿਹੜੀ ਗੱਲ ਫਿੱਟ ਬੈਠਦੀ ਉਹ ਸਰਕਾਰਾਂ ਉੱਦਾਂ ਕਰਦੀਆਂ। ਅੱਜ ਤੋਂ 10 ਦਿਨ ਪਹਿਲਾਂ ਤੱਕ ਪੱਛਮੀ ਬੰਗਾਲ ਦੇ ਵਿੱਚ ਲੋਕਾਂ ਨੂੰ ਤੂੜ ਕੇ ਰੈਲੀਆਂ 'ਚ ਲਿਆਂਦਾ ਜਾ ਰਿਹਾ ਸੀਗਾ। ਅੱਜ ਉੱਧਰੋਂ ਵਿਹਲੇ ਹੋ ਗਏ ਆ ਤੇ ਹੁਣ ਇਹਨਾਂ ਨੂੰ ਫਿਕਰ ਹੋ ਗਿਆ, ਫੌਜ ਵੀ ਲਾ ਰਹੇ ਆ। ਹੁਣ ਇਹਨਾਂ ਨੂੰ ਕਿਉਂਕਿ ਫੌਜ ਜਿਹੜੀ ਗੱਲ ਇਹ ਲਾ ਰਹੇ ਆ ਉਹਦਾ ਮਕਸਦ ਇੱਕੋ ਹੀ ਆ ਵੀ ਜਿਹੜਾ ਸਰਕਾਰ ਦੇ ਖਿਲਾਫ ਇਸ ਵੇਲੇ ਕਿਸਾਨੀ ਅੰਦੋਲਨ ਪੂਰੇ ਦੇਸ਼ ਚੱਲ ਰਿਹਾ ਆ, ਸਰਕਾਰ ਇਸ ਵਾਰੀ ਫਿਰ ਦੁਬਾਰਾ ਲੋਕਾਂ ਨੂੰ ਅੰਦਰ ਬਾੜ ਕੇ ਨੂੜ ਕੇ ਦੁਬਾਰਾ ਜਿਹੜੇ ਕਾਨੂੰਨ ਲੋਕਾਂ ਦੇ ਹਿੱਤ ਦੇ ਨਹੀਂ ਹੈਗੇ,
ਕਾਰਪੋਰੇਟਾਂ ਦੇ ਹਿੱਤ ਦੇ ਆ। ਇਹ ਕਾਨੂੰਨ ਦੁਬਾਰਾ ਆਉਣ ਦੇ ਅੰਦੇਸ਼ੇ ਉੱਥੇ ਕਿਸਾਨਾਂ ਵੱਲੋਂ ਹਮੇਸ਼ਾ ਜ਼ਾਹਰ ਕੀਤੇ ਜਾਂਦੇ ਆ। ਤੇ ਨਾਲ ਆਪਾਂ ਦੇਖਦੇ ਹਾਂ ਕਿ ਮਜ਼ਾਕ ਬਣਨ ਤੋਂ ਬਾਅਦ ਵੀ ਆਪਾਂ ਦੇਖਦੇ ਹਾਂ ਕਿ ਜਿਵੇਂ ਰਾਹੁਲ ਗਾਂਧੀ ਦਾ ਕੋਵਿਡ ਪੋਜ਼ਿਟਿਵ ਹੋ ਜਾਣਾ, ਉਸ ਤੋਂ ਬਾਅਦ ਕੇਜਰੀਵਾਲ ਦੀ ਪਤਨੀ ਦਾ ਹੋ ਜਾਣਾ, ਆਨੰਦ ਸ਼ਰਮਾ ਜੀ ਲੀਡਰ ਨੇ ਕਾਂਗਰਸ ਦੇ, ਉਹਨਾਂ ਦਾ ਵੀ ਪੋਜ਼ਿਟਿਵ ਹੋ ਜਾਣਾ। ਇਹ ਚਿੰਤਾ ਦੇ ਵਿਸ਼ੇ ਆ, ਇਹਨੂੰ ਮਜ਼ਾਕ ਨਹੀਂ ਸਮਝਿਆ ਜਾਣਾ। ਪਰ ਮਜ਼ਾਕ ਇਹਨੂੰ ਲੋਕਾਂ ਨੇ ਨਹੀਂ ਬਣਾਇਆ, ਮਜ਼ਾਕ ਲੋਕਾਂ ਨੇ ਸਰਕਾਰਾਂ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ ਬਣਾਇਆ ਵੀ ਜਦੋਂ ਇਹਨਾਂ ਨੂੰ ਕੋਈ ਗੱਲ ਫਿੱਟ ਬੈਠਦੀ ਆ ਤਾਂ ਠੀਕ ਹੈ, ਜੋ ਨਹੀਂ ਫਿੱਟ ਬੈਠਦੀ ਤੇ ਜੋ ਮਰਜ਼ੀ ਕਰਦੇ ਆ। ਇਹ ਚੀਜ਼ਾਂ ਕਰਕੇ ਲੋਕਾਂ ਦੇ ਵਿੱਚ ਇਸ ਵੇਲੇ ਡਰ ਆ, ਵਹਿਮ ਆ, ਭੈ ਇਸ ਗੱਲ ਦਾ ਆ ਵੀ ਕੀ ਕੋਵਿਡ ਦਾ ਜਿਸ ਤਰ੍ਹਾਂ ਠਾਹ ਦੇਣੀ, ਪਿਛਲੇ ਸਾਲ ਕਰਫਿਊ ਲਾਤਾ, ਲੋਕਡਾਊਨ ਕਰ ਦਿੱਤਾ, 1200 ਕਿਲੋਮੀਟਰ 1800 ਕਿਲੋਮੀਟਰ ਦੂਜੇ ਸਟੇਟਾਂ ਦੇ ਲੋਕ ਤੁਰ ਕੇ ਚ ਗਏ, ਪੰਜਾਬ ਤੋਂ ਜਾਂ ਹੋਰ ਸਟੇਟਾਂ ਤੋਂ ਬਿਹਾਰ ਨੂੰ ਜਾਂ ਯੂਪੀ ਨੂੰ ਵਾਪਸ ਗਏ। ਕੀ ਸਰਕਾਰ ਹੁਣ ਲੋਕਡਾਊਨ ਕਰਨ ਤੋਂ ਪਹਿਲਾਂ ਟ੍ਰੇਨਾਂ ਕੋਈ ਚਲਾਊਗੀ, ਲੋਕਾਂ ਨੂੰ ਕੋਈ ਸਮਾਂ ਦਊਗੀ ਵੀ ਆਪਣੇ ਪ੍ਰਦੇਸ਼ਾਂ ਨੂੰ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਸਹੀ ਸਲਾਮਤ ਆਪਣੇ ਟਿਕਾਣਿਆਂ ਤੇ ਪਹੁੰਚ ਜਾਣ? ਹਫ਼ਤੇ ਦਾ ਟਾਈਮ ਦਿੰਦੀ, 10 ਦਿਨ ਦਾ ਟਾਈਮ ਦਿੰਦੀ, 5 ਦਿਨ ਦਾ ਟਾਈਮ ਦਿੰਦੀ। ਇਸ ਵੇਲੇ ਲੋਕਾਂ ਦੇ ਵਿੱਚ ਇਸ ਬੜਾ ਵੱਡਾ ਡਰ ਭੈ ਆ। ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ ਇਸ ਵੇਲੇ ਬਿਹਾਰੀ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਖੜੇ ਆ। ਸਰਕਾਰ ਪਹਿਲਾਂ ਉਹਨਾਂ ਨੂੰ ਆਪਣੇ ਘਰ ਪਹੁੰਚਾਵੇ ਜਾਂ ਹੋਰ ਸਟੇਟਾਂ ਜਿੱਥੇ ਲੋਕ ਬੱਚੇ ਸਾਡੇ ਹੋਰ ਦੂਜੀਆਂ ਸਟੇਟਾਂ 'ਚ ਪੜ੍ਹਨ ਗਏ ਆ ਉਹਨਾਂ ਨੂੰ ਆਪੋ ਆਪਣੇ ਘਰ ਪਹੁੰਚਾਵੇ। ਉਸ ਤੋਂ ਬਾਅਦ ਲੋਕਡਾਊਨ ਦਾ ਫੈਸਲਾ ਜਿਹੜਾ ਲੈਂਦੀ ਸਰਕਾਰ, ਲੋਕਾਂ ਨੇ ਪਹਿਲਾਂ ਵੀ ਮੰਨਿਆ, ਲੋਕ ਹੁਣ ਵੀ ਮੰਨਣਗੇ ਜੀ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਹਾਡੇ ਵੱਲ ਆਉਂਦੇ ਆ ਤੇ ਕੁਝ ਇਮਤਿਹਾਨ ਕੈਂਸਲ ਹੋ ਰਹੇ ਨੇ, ਮੁਲਤਵੀ ਹੋ ਰਹੇ ਨੇ। ਕਿਹੜੇ ਇਮਤਿਹਾਨ ਇਸ ਵੇਲੇ ਮੁਲਤਵੀ ਕੀਤੇ ਨੇ ਸਰਕਾਰ? ਐਗਜ਼ਾਮ ਦੀ ਜਦੋਂ ਤੁਸੀਂ ਪਰਮਿੰਦਰ ਜੀ ਗੱਲ ਕਰਦੇ ਆ ਤੇ ਭਾਰਤ ਦੇ ਵਿੱਚ ਸਭ ਤੋਂ ਵੱਡਾ ਬੋਰਡ ਜਿਹੜਾ ਸਕੂਲ ਲੈਵਲ ਦੇ ਐਗਜ਼ਾਮ ਲੈਂਦਾ ਉਹ CBSE ਆ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਯਾਨੀ ਕਿ ਜਿਹੜੀ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੀ ਸਿੱਖਿਆ ਹੈ, ਜਿਹੜੀ ਸਾਡੇ ਭਾਰਤ 'ਚ ਸਕੂਲ ਬੋਰਡ ਕਿਹਾ ਜਾਂਦਾ, ਸਕੂਲੀ ਸਿੱਖਿਆ ਜਿਹਨੂੰ ਕਿਹਾ ਜਾਂਦਾ, ਸਕੂਲੀ ਪੜ੍ਹਾਈ ਜਿਹੜੀ ਆ ਉਹਦੀ ਜ਼ਿਆਦਾਤਰ ਜਿਹੜੀ ਪੜ੍ਹਾਈ ਆ ਉਹ ਇਸ ਬੋਰਡ ਦੇ ਅਧੀਨ ਹੁੰਦੀ ਆ। ਬੀਤੇ ਦਿਨ ਇਹਨਾਂ ਨੇ 10ਵੀਂ ਦੇ ਪੇਪਰ ਜਿਹੜੇ ਸੀ ਉਹ ਮੁਲਤਵੀ ਕਰਤੇ ਸੀ, ਬਿਲਕੁਲ ਰੱਦ ਕਰ ਦਿੱਤੇ ਸੀ ਕਿ ਨਹੀਂ ਹੋਣੇ। ਤੇ ਉਹਦਾ ਉਹਨਾਂ ਨੇ ਹੁਣ ਇੱਕ ਪੈਟਰਨ ਦੇ ਦਿੱਤਾ ਹੈ ਕਿ ਜੋ ਉਹਨਾਂ ਦੀਆਂ ਬੱਚਿਆਂ ਦੀਆਂ ਘਰ ਦੀ ਪੜ੍ਹਾਈ ਹੋਈ ਆ, ਆਨਲਾਈਨ ਕੀਤੀ ਹੋਈ ਆ, ਜੋ ਟੀਚਰਾਂ ਦੇ ਕੋਲ ਉਹਨਾਂ ਦਾ ਸਿਸਟਮ ਹੈ, ਉਹਨਾਂ ਨੇ ਇੱਕ ਬਣਾ ਕੇ ਪੈਟਰਨ ਸਕੂਲਾਂ ਨੂੰ ਜਾਰੀ ਕਰ ਦਿੱਤਾ। ਯਾਨੀ ਅਸੈਸਮੈਂਟ ਸਿਸਟਮ, ਅਸੈਸਮੈਂਟ ਦੇ ਨਾਲ ਜੋ ਵੀ ਉਹਨਾਂ ਦਾ ਹੈਗਾ ਕਿ ਉਹਨਾਂ ਨੂੰ ਇਦਾਂ ਹੀ ਅਗਲੀਆਂ ਕਲਾਸਾਂ 'ਚ ਪ੍ਰਮੋਟ ਕਰ ਦੇਣਾ। ਪਰ 12ਵੀਂ ਲਈ ਹਾਲੇ ਤੱਕ ਉਹ ਵੀ ਚੁੱਪ ਨੇ, ਉਹਨਾਂ ਨੇ ਉਹਨੂੰ ਹਾਲੇ ਟਾਲਿਆ ਹੈ, ਰੱਦ ਨਹੀਂ ਕੀਤਾ। ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਵੇਗਾ ਕਿ 12ਵੀਂ ਦੀ ਪ੍ਰੀਖਿਆ ਉਹ ਲਈ ਜਾਂਦੀ ਆ ਕਿ ਨਹੀਂ ਲਈ ਜਾਂਦੀ। ਬਹੁਤ ਸਾਰੇ ਮਾਪੇ ਹੱਕ ਵਿੱਚ ਹਨ ਐਗਜ਼ਾਮ ਹੋਣੇ ਚਾਹੀਦੇ ਨੇ ਤੇ ਕੁਝ ਇਹੋ ਜਿਹੇ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਨਹੀਂ ਹੋਣੇ ਚਾਹੀਦੇ ਨੇ। ਜੇ ਮੈਂ ਨਿੱਜੀ ਰਾਏ ਰੱਖਾਂ ਤੇ ਮੈਂ ਇਹ ਸੋਚਦਾ ਕਿ ਜੇ ਸਕੂਲ ਪ੍ਰਬੰਧਨ ਚਾਹੁਣ ਤੇ ਉਹ ਐਗਜ਼ਾਮ ਜਿਹੜੇ ਆ ਹੋ ਸਕਦੇ ਨੇ। ਜਦੋਂ ਤੱਕ ਕਰੋਨਾ ਦੀ ਗੱਲ ਕਰਦੇ ਆ, ਬੰਦੇ ਤੋਂ ਬੰਦੇ ਦੀ ਦੂਰੀ ਦੀ ਗੱਲ ਹੁੰਦੀ ਆ ਕਿ ਸਭ ਤੋਂ ਪਹਿਲਾਂ ਇਨਸਾਨ ਜਿਹੜਾ ਆ ਦੂਸਰੇ ਤੋਂ ਦੂਰ ਰਵੇ, 6 ਫੁੱਟ ਦੀ ਦੂਰੀ ਰੱਖੋ, ਹੱਥ ਜਿਹੜੇ ਆ ਉਹਨਾਂ ਨੂੰ ਸਾਫ਼ ਕੀਤਾ ਜਾਵੇ, ਜਾਂ ਜੋ ਵੀ ਇਹਦੇ ਸਰੋਕਾਰ ਬਣਾਏ ਗਏ ਨੇ, ਮਾਸਕ ਬਣੇ। ਜਦੋਂ ਅਸੀਂ ਪਰਮਿੰਦਰ ਜੀ ਐਗਜ਼ਾਮੀਨੇਸ਼ਨ ਹਾਲ ਦੀ ਗੱਲ ਕਰਦੇ ਆ ਤੇ ਇੱਕ ਡੈਸਕ ਤੋਂ ਦੂਜੇ ਡੈਸਕ ਦੀ ਦੂਰੀ ਵੈਸੇ ਹੀ ਇੰਨੀ ਕੁ ਹੁੰਦੀ ਆ ਤੇ ਸਕੂਲ ਹੁਣ ਸਾਰੇ ਖਾਲੀ ਨੇ, ਹੋਰ ਕੋਈ ਬੱਚੇ ਆ ਨਹੀਂ ਰਹੇ ਤੇ ਜਿਹੜੇ ਵਿਦਿਆਰਥੀ ਉਹਨਾਂ ਨੇ ਸਾਲ ਦੀ ਪੜ੍ਹਾਈ ਜ਼ਰੂਰ ਕੀਤੀ ਹੋਈ ਹੈ। ਅਸੀਂ ਬਹੁਤ ਵਾਰ ਕਹਿੰਦੇ ਆ ਕਿ ਵਿਦਿਆਰਥੀ ਪੜ੍ਹਦੇ ਨਹੀਂ ਆ ਜਾਂ ਉਹ ਨੈਗਲੈਕਟ ਹੁੰਦੇ ਨੇ, ਪਰ ਜਿਹੜੇ ਵੀ ਬੱਚੇ ਨੇ ਐਗਜ਼ਾਮ ਬੋਰਡ ਦੇ ਦੇਣੇ ਹੁੰਦੇ ਆ ਉਹ ਸਾਰਾ ਸਾਲ ਹੀ ਇਸ ਗੱਲ ਦੀ ਪਰੇਸ਼ਾਨੀ 'ਚ ਰਹਿੰਦਾ। ਪਿਛਲੇ ਸਾਲ ਦੀ ਗੱਲ ਜੇ ਅਸੀਂ ਕਰੀਏ ਉਦੋਂ ਕਰ ਦਿੱਤੇ ਸੀ ਕਿਉਂਕਿ ਉਦੋਂ ਸਮੱਸਿਆ ਨਵੀਂ ਸੀ, ਉਹਦੇ ਬਾਰੇ ਸਾਡੀ ਜਾਣਕਾਰੀ ਘੱਟ ਸੀ ਜਾਂ ਉਹਦੇ ਲਈ ਸਾਡੀ ਤਿਆਰੀ ਘੱਟ ਸੀ। ਪਰ ਹਰ ਸਾਲ ਹੀ ਇਹਨੂੰ ਇੱਕ ਸਿਸਟਮ ਬਣਾ ਦੇਣਾ ਕਿ ਐਤਕੀ ਵੀ ਅਸੈਸਮੈਂਟ ਨਾਲ ਹੀ ਪਾਸ ਕਰ ਦਿਓ, ਉਹ ਗੱਲ ਗਲਤ ਆ। ਬਹੁਤ ਸਾਰੇ ਮਾਪੇ ਇਸ ਗੱਲ ਨੂੰ ਕਹਿਣਗੇ ਕਿ ਤੁਸੀਂ ਬੱਚਿਆਂ ਦਾ ਫਿਕਰ ਕਰੋ, ਠੀਕ ਹੈ, ਬੱਚਿਆਂ ਦਾ ਫਿਕਰ ਕਰਨਾ ਚਾਹੀਦਾ, ਪਰ ਬੱਚਿਆਂ ਦੇ ਭਵਿੱਖ ਦਾ ਫਿਕਰ ਵੀ ਹੋਣਾ ਚਾਹੀਦਾ। ਜੇ ਅਸੀਂ ਸਮਾਜਿਕ ਦੂਰੀ ਦੇ ਨਾਲ ਦੀ ਨਾਲ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਐਗਜ਼ਾਮ ਜਿਹੜੇ ਆ ਉਹ ਹੋ ਸਕਦੇ। ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਸਾਰੇ ਕੰਮ ਹੋ ਰਹੇ ਨੇ, ਵੋਟਾਂ ਹੋ ਰਹੀਆਂ ਨੇ, ਕੁੰਭ ਹੋ ਰਿਹਾ ਹੈ, ਬੱਸਾਂ ਚੱਲ ਰਹੀਆਂ ਨੇ, ਸਿਨੇਮਾ ਖੁੱਲ੍ਹੇ ਨੇ, ਤੇ ਫਿਰ ਐਗਜ਼ਾਮ ਨੂੰ ਹੀ ਕਿਉਂ ਟਾਲਣਾ? ਤੇ CBSE ਨੂੰ ਦੇਖਦੇ ਹੋਏ ਨਾਲ ਦੀ ਨਾਲ ਜਿਹੜੀ ICSE ਆ ਉਹਨੇ ਵੀ ਜਿਹੜਾ ਬੋਰਡ ਆ ਇੱਕ ਹਿੰਦੁਸਤਾਨ ਦਾ ਕਾਫੀ ਮਸ਼ਹੂਰ ਆ, ਇਹ ਵੀ ਇੰਡੀਅਨ ICSE, ਇੰਡੀਅਨ ਕਾਉਂਸਲ ਫॉर ਸੈਕੰਡਰੀ ਐਜੂਕੇਸ਼ਨ, ਇਹਦਾ ਕੁਝ ਇਹੋ ਜਿਹਾ ਨਾਮ ਹੈ। ਇਹਦੇ ਬਾਰੇ ਹੋਰ ਖਾਸ ਗੱਲ ਆ ਪਰਮਿੰਦਰ ਜੀ, ਮੈਂ ਅੱਜ ਹੀ ਕਿਤੇ ਦੇਖਿਆ ਕਿ ਇਸ ਬੋਰਡ ਨੂੰ ਕੋਈ ਸਰਕਾਰ ਗਵਰਨ ਨਹੀਂ ਕਰਦੀ, ਇਹ ਆਪਣੇ ਆਪ ਦੇ ਵਿੱਚ ਆਟੋਨਮਸ ਬੋਡੀ ਹੈ ਤੇ ਇਹਦੇ ਤੇ ਜ਼ਿਆਦਾਤਰ ਪ੍ਰਭਾਵ ਜਿਹੜਾ ਹੈ ਉਹ ਸਾਡੇ ਕਨਵੈਂਟ ਸਕੂਲਸ ਦਾ ਆ। ਬਹੁਤੇ ਕਨਵੈਂਟ ਸਕੂਲ ਜਿਹੜੇ ICSE ਦੇ ਪੈਟਰਨ ਨਾਲ ਚੱਲਦੇ ਨੇ ਤੇ ਉਹਨਾਂ ਨੇ ਵੀ CBSE ਦੇ ਗੱਲ ਦੇ ਉੱਤੇ ਅਮਲ ਕਰਦੇ ਹੋਏ 10ਵੀਂ ਦੇ ਜਿਹੜੇ ਐਗਜ਼ਾਮ ਆ ਉਹ ਰੱਦ ਕਰਕੇ ਤੇ 12ਵੀਂ ਲਈ ਹਾਲੇ ਤੱਕ ਹੋਲਡ ਕਰ ਲਿਆ ਹੈ। 12ਵੀਂ ਦੇ ਐਗਜ਼ਾਮ 10ਵੀਂ ਨਾਲੋਂ ਵੀ ਇੰਪੋਰਟੈਂਟ ਹੁੰਦੇ ਨੇ ਕਿਉਂਕਿ ਉਸ ਤੋਂ ਬਾਅਦ ਹੀ ਬੱਚਿਆਂ ਨੇ ਦੇਖਣਾ ਹੁੰਦਾ ਕਿ ਉਹਨਾਂ ਨੇ ਭਵਿੱਖ ਨੂੰ ਕਿੱਧਰ ਵੱਲ ਜਾਣਾ ਹੈ। ਤੇ ਪ੍ਰਧਾਨ ਮੰਤਰੀ ਜਾਂ ਹੋਰ ਵੱਖੋ ਵੱਖਰੇ ਸਟੇਟਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇਸੇ ਚੀਜ਼ ਦੇ ਉੱਤੇ ਨੇ ਕਿ ਅਸੀਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫੈਸਲਾ ਕੀਤਾ ਹੈ, ਬੱਚਿਆਂ ਨੂੰ ਅਸੀਂ ਅਸੈਸਮੈਂਟ ਨਾਲ ਪਾਸ ਕਰ ਦੇਣਾ ਹੈ। ਪਰ ਬਹੁਤੇ ਕਰਕੇ ਇਹ ਗੱਲ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਣ ਵਾਲੀ ਹੀ ਜਾਪਦੀ ਹੈ। ਤੇ ਜੇ ਅਸੀਂ ਹਿੰਦੁਸਤਾਨ ਦੀ ਐਜੂਕੇਸ਼ਨ ਸਿਸਟਮ ਨੂੰ ਦੇਖੀਏ, ਜਿੱਦਾਂ ਅਸੀਂ 2 ਬੋਰਡ ਦੀ ਗੱਲ ਕੀਤੀ ਹੈ, ਇੱਕ ICSE ਹੈ, ਇੱਕ CBSE ਹੈ, ਇਸ ਤੋਂ ਇਲਾਵਾ ਹਰ ਸਟੇਟ ਦਾ ਲਗਭਗ ਆਪਣਾ ਬੋਰਡ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆਪਣਾ ਹੈ,
ਹਿਮਾਚਲ ਦਾ ਆਪਣਾ ਹੈ, ਮਹਾਰਾਸ਼ਟਰ ਦਾ ਆਪਣਾ ਹੈ, ਲਗਭਗ ਬਹੁਤੀਆਂ ਸਟੇਟਾਂ ਦਾ ਆਪਣਾ ਐਜੂਕੇਸ਼ਨ ਬੋਰਡ ਹੈ ਤੇ ਉਹਨਾਂ ਨੇ ਵੀ CBSE ਨੂੰ ਦੇਖਦੇ ਹੋਏ ਬਹੁਤਿਆਂ ਨੇ ਜਿਹੜੇ ਐਗਜ਼ਾਮ ਆ ਉਹ ਆਪਣੇ ਜਿਹੜੇ ਆ ਇਸੇ ਹੀ ਤਰੀਕੇ ਦੇ ਨਾਲ ਰੱਦ ਕਰ ਦਿੱਤੇ ਨੇ। ਤੇ ਹੁਣ ਅਸੀਂ ਇਹਦੇ ਤੇ ਟਿੱਪਣੀ ਹੀ ਕਰ ਸਕਦੇ ਹਾਂ ਜਾਂ ਆਪਣੀ ਰਾਏ ਰੱਖ ਸਕਦੇ ਹਾਂ, ਕਰਤੇ ਉਹਨਾਂ ਨੇ ਦਿੱਤਾ। ਪਰ ਇਹ ਇੱਕ ਕਰੋਨਾ ਦਾ ਵੱਡਾ ਨੁਕਸਾਨ ਹੈ। ਅਸੀਂ ਬਹੁਤ ਵਾਰ ਇਹ ਗੱਲ ਕਰਦੇ ਹਾਂ ਕਿ ਸਰਕਾਰਾਂ ਜਿਹੜੀਆਂ ਆ ਉਹ ਸਿਹਤ ਤੇ ਐਜੂਕੇਸ਼ਨ ਦੇ ਉੱਤੇ ਧਿਆਨ ਨਹੀਂ ਦਿੰਦੀਆਂ ਤੇ ਹੁਣ ਉਹਨਾਂ ਦਾ ਜਿਹੜਾ ਧਿਆਨ ਆ ਉਹ ਇਸ ਗੱਲ ਤੋਂ ਬਿਲਕੁਲ ਹੀ ਨਜ਼ਰ ਆ ਰਿਹਾ ਕਿ ਉਹ ਬਿਲਕੁਲ ਹੀ ਇਸ ਗੱਲ ਤੇ ਧਿਆਨ ਨਹੀਂ ਦਿੰਦੀਆਂ। ਉਹਨਾਂ ਦਾ ਕੋਈ ਸਰੋਕਾਰ ਨਹੀਂ ਹੈ ਇਸ ਗੱਲ ਨਾਲ ਕਿ ਬੱਚਿਆਂ ਦਾ ਅਗਲੇ ਸਾਲ ਕੀ ਹੋਵੇਗਾ। ਜਿਹੜੇ ਬੱਚਿਆਂ ਨੇ ਪਿਛਲੇ ਸਾਲ 10ਵੀਂ ਐਵੇਂ ਕਰ ਲਈ ਸੀ, ਐਤਕੀ ਉਹ +2 'ਚ ਹੋ ਗਏ ਨੇ ਤੇ ਉਹਨਾਂ ਦਾ ਹੁਣ ਅੱਗੇ ਕੀ ਬਣੇਗਾ। ਹੁਣ ਵੀ ਹਾਲੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਕੂਲ ਜਿਹੜੇ ਆ ਉਹਨਾਂ ਦੇ ਓਪਨ ਹੋਣ ਦਾ ਕੁਝ ਨਜ਼ਰ ਨਹੀਂ ਆ ਰਿਹਾ ਤੇ ਜਦੋਂ ਇਹ ਐਗਜ਼ਾਮ ਰੱਦ ਹੋਇਆ ਉਹਦੇ ਨਾਲ ਦੀ ਨਾਲ ਇੱਕ ਹੋਰ ਗੱਲ ਸਾਹਮਣੇ ਆਈ ਆ। ਬਹੁਤ ਸਾਰੇ ਪੇਰੈਂਟਸ ਨੇ ਇਹ ਗੱਲ ਕਹੀ ਆ ਕਿ ਐਗਜ਼ਾਮ ਨਹੀਂ ਹੋਣੇ ਤੇ ਜਿਹੜੀਆਂ ਐਗਜ਼ਾਮ ਦੀਆਂ ਫੀਸਾਂ ਲਈਆਂ ਹੋਈਆਂ ਨੇ ਉਹ ਵਾਪਸ ਕੀਤੀਆਂ ਜਾਣ। ਸਹੀ ਗੱਲ ਹੈ ਬਿਲਕੁਲ, ਵੈਸੇ ਹੈ ਨਾ। ਤੁਸੀਂ ਤਾਂ ਕਹਿ ਦਿੱਤਾ ਸਹੀ ਗੱਲ ਹੈ, ਪਰ ਜਿਹੜੇ ਸਕੂਲ ਉਹਦੇ ਲਈ ਤਿਆਰੀ ਕਰਕੇ ਬੈਠੇ ਸੀ ਜੀ ਉਹਦੇ ਲਈ ਉਹਨਾਂ ਨੇ ਆਪਣੇ ਲਈ ਸੰਬੰਧਿਤ ਤਿਆਰੀਆਂ ਕੀਤੀਆਂ ਹੋਣਗੀਆਂ, ਉਹ ਫੀਸਾਂ ਵਾਪਸ ਹੋਣੀਆਂ ਚਾਹੀਦੀਆਂ ਨੇ, ਨਹੀਂ ਹੋਣੀਆਂ ਚਾਹੀਦੀਆਂ ਨੇ। ਇੱਕ ਹਿੰਦੁਸਤਾਨ ਦੇ ਵਿੱਚ ਹਰ ਸਮੱਸਿਆ ਤੋਂ ਬਾਅਦ ਇੱਕ ਹੋਰ ਸਮੱਸਿਆ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਤੇ ਇਸ ਦੇ ਨਾਲ ਹੀ ਇੱਕ ਐਜੂਕੇਸ਼ਨ ਨਾਲ ਜੁੜੀ ਹੋਈ ਹੋਰ ਖਬਰ ਹੈ, ਉਹ ਇਹ ਆ ਕਿ ਪੰਜਾਬ ਸਰਕਾਰ ਨੇ ਜਿਹੜੀ ਆਪਣੀ ਤਬਾਦਲਾ ਨੀਤੀ ਅਪਣਾਈ ਸੀ। ਅਸੀਂ ਜਾਣਦੇ ਹਾਂ ਪੰਜਾਬੀ ਸਾਰੇ, ਚਾਹੇ ਉਹ ਇੱਥੇ ਨੇ ਚਾਹੇ ਉਹ ਵਿਦੇਸ਼ ਦੇ ਨੇ, ਕਿ ਜਦੋਂ ਕਿਸੇ ਅਧਿਆਪਕ ਦੀ ਬਦਲੀ ਹੋਣੀ ਹੁੰਦੀ ਆ ਤੇ ਉਹ ਇੱਕ ਵੱਡਾ ਝੰਜਟ ਹੁੰਦਾ ਸੀ ਤੇ ਹੁਣ ਇੱਥੇ DGSE ਕ੍ਰਿਸ਼ਨ ਕੁਮਾਰ ਨੇ ਇੱਕ ਨੀਤੀ ਬਣਾਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਤੁਸੀਂ ਜਿਹੜੀ ਸਿੱਖਿਆ ਕਰਕੇ ਇਹਨਾਂ ਦੀ ਇੱਕ ਵੈਬਸਾਈਟ ਪੋਰਟਲ ਹੈ, ਉੱਥੇ ਤੁਸੀਂ ਅਪਲਾਈ ਕਰਦੇ ਸੀ ਤੇ ਉਹਦੀ ਸਕਰੂਟਨੀ ਹੋ ਕੇ ਜੇ ਤੁਹਾਡੀ ਤਬਾਦਲਾ ਜਿਹੜੀ ਪਾਲਿਸੀ ਆ ਉਹ ਠੀਕ ਆ, ਤੁਸੀਂ ਜੋ ਅਪਲਾਈ ਕੀਤਾ ਹੈ ਤੇ ਤੁਹਾਨੂੰ ਸਟੇਸ਼ਨ ਮਿਲ ਜਾਂਦਾ ਸੀ। ਤੇ ਬੀਤੇ ਦਿਨੀ ਅਸੀਂ ਦੇਖਿਆ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡੀ ਗਿਣਤੀ ਵਿੱਚ ਬਦਲੀਆਂ ਕੀਤੀਆਂ ਸੀ ਉਹਦੇ ਵਿੱਚ ਹੀ। ਹੁਣ ਇਹਨਾਂ ਨੇ ਜਿਹੜੇ ਦਰਜਾ 4 ਜਾਂ ਦਰਜਾ 3 ਜਿਹੜੇ ਬਾਕੀ ਮੁਲਾਜ਼ਮ ਸੀ ਐਜੂਕੇਸ਼ਨ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਉਹਦੇ ਵਿੱਚ ਸ਼ਾਮਲ ਕਰ ਦਿੱਤਾ ਤੇ ਇਹਨੂੰ ਕਾਨੂੰਨੀ ਮਾਨਤਾ ਵੀ ਦੇ ਦਿੱਤੀ। ਯਾਨੀ ਕਿ ਹੁਣ ਇਹ ਪੰਜਾਬ ਦੇ ਵਿੱਚ ਜਿਹੜੀ ਟੀਚਰਾਂ ਦੀ ਬਦਲੀ ਆ ਉਹ ਇਸੇ ਪ੍ਰਕਿਰਿਆ ਨਾਲ ਹੋਵੇਗੀ ਤੇ ਉਹਦੇ 'ਚ ਹੁਣ ਜਿਹੜੇ ਟੀਚਰ ਆ ਉਹਨਾਂ ਦੀਆਂ ਜਿਹੜੀਆਂ ਬਦਲੀਆਂ ਆ ਉਹ ਸੌਖੇ ਤਰੀਕੇ ਨਾਲ ਹੋ ਜਾਇਆ ਕਰਨਗੀ। ਚਲੋ ਇਹ ਵਧੀਆ ਕੰਮ ਹੈ ਤੇ ਇਸ ਵੇਲੇ ਬੜਾ ਔਖਾ ਜਿਹਾ ਕੰਮ ਲੱਗਿਆ ਉਹਨਾਂ ਲੋਕਾਂ ਨੂੰ ਜਿਹੜੇ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਗਏ ਸਨ। ਕਿਹੜੇ ਮੋੜ ਤੇ ਕਿਉਂ ਰੋਕ ਦਿੱਤਾ ਗਿਆ ਉੱਥੇ ਸਵਾਰੀਆਂ ਨੂੰ? ਪਰਮਿੰਦਰ ਜੀ, ਆਪਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਸਪਾਈਸ ਜੈਟ ਇੱਕ ਕੰਪਨੀ ਆ ਪ੍ਰਾਈਵੇਟ, ਜਿਹਦੀ ਉਡਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਜਾਂਦੀ ਹੈ ਔਰ ਸਿੱਧੀ ਉਡਾਨ ਹੈ ਇਹ। ਤੇ ਕੱਲ ਉੱਥੇ ਇਦਾਂ ਦੀ ਸਥਿਤੀ ਪੈਦਾ ਹੋ ਗਈ ਵੀ ਜਦੋਂ ਉਹ ਯਾਤਰੀ ਜਿਹੜੇ ਸੀਗੇ ਜਾਣ ਲਈ ਉੱਥੇ ਤਿਆਰ ਬੈਠੇ ਏਅਰਪੋਰਟ ਤੇ ਉਹਨਾਂ ਨੂੰ ਵੀਜ਼ੇ ਵੰਡ ਦਿੱਤੇ ਗਏ ਦੁਬਈ ਦੇ ਵੀ ਇਹ ਦੁਬਈ ਪਹਿਲਾਂ ਰੁਕੇਗਾ ਤੇ ਉਸ ਤੋਂ ਬਾਅਦ ਫਿਰ ਟੋਰਾਂਟੋ ਜਾਏਗਾ। ਉਸ ਵੇਲੇ ਬੇਚੈਨੀ ਫੈਲ ਗਈ ਸਾਰਿਆਂ ਕੋਲ ਕਿਉਂਕਿ ਕਿਸੇ ਕੋਲ ਕੋਈ ਪ੍ਰਬੰਧ ਨਹੀਂ ਸੀ। ਹਰ ਇੱਕ ਨੂੰ ਇਹ ਪਤਾ ਸੀਗਾ ਵੀ ਅਸੀਂ ਇੱਥੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੜ੍ਹਨਾ ਆ ਤੇ ਟੋਰਾਂਟੋ ਜਾ ਕੇ ਉੱਤਰ ਜਾਣਾ। ਜਦੋਂ ਉਹ ਦੁਬਈ ਦਾ ਵਿੱਚ ਸਟਾਪ ਆ ਗਿਆ ਤੇ ਉੱਥੇ ਜਾ ਕੇ ਲੋਕਾਂ ਨੂੰ ਇਹ ਵੀ ਖਦਸ਼ਾ ਸੀ ਵੀ ਸਾਨੂੰ ਦੁਬਾਰਾ ਟੈਸਟ ਕਰਾਉਣਾ ਪੈਣਾ ਆ, ਕੋਵਿਡ ਦਾ ਟੈਸਟ ਕਰਾਉਣਾ ਪੈਣਾ, ਉਹਦੀ ਸਾਨੂੰ ਦੁਬਾਰਾ ਉੱਥੇ ਪੇ ਕਰਨਾ ਪੈਣਾ ਆ, ਜਾਂ ਸਾਡੇ ਕੋਲ ਉੱਥੇ ਰਹਿਣ ਲਈ ਜਾਂ ਉੱਥੇ ਰੁਕਣ ਲਈ ਸਾਡੇ ਕੋਲ ਵੱਖਰਾ ਸਾਡਾ ਆਰਥਿਕ ਬੋਝ ਸਾਡੇ ਤੇ ਪੈਣਾ ਆ। ਫਾਈਨਾਂਸ ਅਗਲੇ ਕੋਲ 19 ਸੀ ਜਿੰਨੀ ਕੁ ਅਗਲਾ ਘਰੋਂ ਲੈ ਕੇ ਸਿੱਧਾ ਟੋਰਾਂਟੋ ਜਾਣ ਤੱਕ ਦੀ ਆਇਆ ਸੀਗਾ। ਉੱਥੇ ਜਦੋਂ ਲੋਕਾਂ ਦੇ ਵਿੱਚ ਬੇਚੈਨੀ ਫੈਲ ਗਈ ਤਾਂ ਲੋਕਾਂ ਨੇ ਉੱਥੇ ਵਿਰੋਧ ਕੀਤਾ। ਵਿਰੋਧ ਕਰਨ ਤੋਂ ਬਾਅਦ ਜਿਹੜੀ ਉੱਥੇ ਜਿੰਨਾ ਸਟਾਫ ਆ, ਥੋੜੇ ਸਟਾਫ ਨੂੰ ਛੱਡ ਕੇ ਬਾਕੀ ਸਾਰਾ ਚਾਹੇ ਰੱਖ ਰਖਾਓ ਵਾਲਾ ਆ, ਚਾਹੇ ਲੋਕਾਂ ਨੂੰ ਉੱਥੇ ਇਹ ਸਾਂਭਣ ਸੰਭਾਲਣ ਵਾਲਾ ਆ, ਸਾਰਾ ਪ੍ਰਾਈਵੇਟ ਕੰਪਨੀਆਂ ਦਾ ਉੱਥੇ ਸਟਾਫ ਲੱਗਾ ਹੋਇਆ ਤੇ ਉਹ ਸਟਾਫ ਨੇ ਆਮ ਉੱਥੇ ਯਾਤਰੂਆਂ ਦੇ ਨਾਲ ਧੱਕੇ ਮੁੱਕੀ ਵੀ ਕੀਤੀ, ਧੱਕੇ ਮਾਰ ਕੇ ਯਾਤਰੂਆਂ ਨੂੰ ਬਾਹਰ ਵੀ ਕੱਢਿਆ ਗਿਆ ਤੇ ਕੁਛ ਜਿਹੜੇ ਦੱਸਦੇ ਆ ਵੀ 50 ਤੋਂ 60 ਜਿਹੜੇ ਯਾਤਰੂ ਸੀਗੇ ਉਸ ਉਡਾਨ ਦੇ ਵਿੱਚ ਜਾਣ ਤੋਂ ਰਹਿ ਗਏ ਤੇ ਰਹਿਣ ਤੋਂ ਬਾਅਦ ਉੱਥੇ ਰੌਲਾ ਰੱਪਾ ਪਿਆ। ਉੱਥੇ ਦੇ ਲੋਕਲ MP ਨੇ ਵਿੱਚ ਹਸਤਕ ਤੇ ਮਤਲਬ ਉੱਥੇ ਦਖਲਅੰਦਾਜ਼ੀ ਕੀਤੀ, ਇੰਟਰਫੀਰੈਂਸ ਕੀਤੀ ਤੇ ਉਸ ਤੋਂ ਬਾਅਦ ਵੀ ਪਤਾ ਲੱਗਾ ਕਿ ਜਿਵੇਂ 2 ਬੱਚੀਆਂ ਸੀਗੀਆਂ ਸਾਡੀਆਂ ਸਟੂਡੈਂਟ ਰੇਸ ਵਾਲੀਆਂ, ਦੋਨੇ ਹੀ ਮਤਲਬ ਇਕੱਠੀਆਂ ਸੀਗੀਆਂ। ਇੱਕ ਲੜਕੀ ਚੜ੍ਹ ਗਈ, ਉਹਨੂੰ ਲਿਜਾ ਕੇ ਦੁਬਈ ਤਾਰ ਦਿੱਤਾ ਗਿਆ, ਉਹਨੂੰ ਉੱਥੇ ਆਪਣੇ ਪੈਸਿਆਂ ਦਾ ਟੈਸਟ ਕਰਾਇਆ। ਉੱਥੇ ਉਹ ਮਤਲਬ ਉੱਥੇ ਦੀਆਂ ਗਾਈਡਲਾਈਨ ਸਰਕਾਰ ਦੀਆਂ ਜਿਹੜੀਆਂ ਕੋਵਿਡ ਦੀਆਂ ਉਹਦੇ ਹਿਸਾਬ ਦੇ ਨਾਲ ਉੱਥੇ ਉਹ ਫਸੀ ਬੈਠੀ ਵਿਚਾਰੀ। ਤੇ ਇੱਕ ਬੱਚੀ ਜਿਹੜੀ ਸੀਗੀ ਉਹਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਤੇਰਾ ਜਿਹੜਾ ਪ੍ਰਿੰਟ ਆ ਕੋਵਿਡ ਦਾ ਉਹ ਕਲਰਡ ਨਹੀਂ ਹੈਗਾ ਵੀ ਤੇਰਾ ਕਲਰਡ ਪੈਨ। ਇੱਦਾਂ ਯਾਤਰੂਆਂ ਨੂੰ ਉੱਥੇ ਵੱਡੇ ਪੱਧਰ ਤੇ ਪਰੇਸ਼ਾਨ ਕੀਤਾ ਗਿਆ। ਉਹ ਪਰੇਸ਼ਾਨੀ ਦੇ ਕਰਕੇ ਹੁਣ ਉਹਨਾਂ ਦੇ ਇੱਕ ਅਧਿਕਾਰੀ ਦਾ ਬਿਆਨ ਆਇਆ ਕਿ ਅਸੀਂ ਉਸੇ ਕਿਰਾਏ ਦੇ ਵਿੱਚ ਦੁਬਾਰਾ ਇਹਨਾਂ ਯਾਤਰੀਆਂ ਨੂੰ ਲੈ ਕੇ ਜਾਵਾਂਗੇ, ਪਰ ਉੱਥੇ ਦੇ ਸਟਾਫ ਨੇ ਜਾਂ ਉੱਥੇ ਦੀਆਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਰੱਖ ਰਖਾਓ ਕਰਦੀਆਂ ਜਾਂ 에ਅਰਪੋਰਟ ਦੀ ਸਾਂਭ ਸੰਭਾਲ ਕੀਤੀ, ਉਹਨਾਂ ਨੇ ਇੱਕ ਜਿਹੜਾ ਗੁੰਡਾਗਰਦੀ ਦੇ ਹਿਸਾਬ ਦੇ ਨਾਲ ਯਾਤਰੂਆਂ ਦੇ ਨਾਲ ਵਿਹਾਰ ਕੀਤਾ, ਇਹ ਨਿੰਦਣਯੋਗ ਆ। ਔਰ 에ਅਰਲਾਈਨਾਂ ਤੇ ਇਹ ਸਰਕਾਰਾਂ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਦੁਬਾਰਾ ਇੱਦਾਂ ਕਿਸੇ ਯਾਤਰੂਆਂ ਨੂੰ, ਖਾਸ ਕਰਕੇ ਜਿਹਨਾਂ ਸਟੂਡੈਂਟਾਂ ਨੇ ਜਾ ਕੇ ਆਪਣੀਆਂ ਕਲਾਸਾਂ ਜੁਆਇਨ ਕਰਨੀਆਂ, ਕਿਸੇ ਦਾ ਕੋਈ ਮੂਹਰੇ ਜੋਬ ਦਾ ਪੂਰਾ ਮੂਹਰੇ ਟਾਈਮ ਟੂ ਟਾਈਮ ਅਗਲਾ ਘਰੋਂ ਨਿਕਲਦਾ ਵੀ ਮੈਂ ਇਸ ਦਿਨ ਪਹੁੰਚ ਜਾਣਾ, ਮੈਂ ਦੂਏ ਦਿਨ ਜੋਬ ਤੇ ਜਾਣਾ, ਯਾਤਰੂਆਂ ਨੂੰ ਬੜੀ ਵੱਡੀ ਪਰੇਸ਼ਾਨੀ ਹੋਈ ਆ। ਸਰਕਾਰਾਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਜਿਹੜੇ ਤਾਂ ਕਿ ਲੋਕ ਜਿਹੜੇ ਖੱਜਲ ਖੁਆਰ 에ਅਰਪੋਰਟਾਂ ਤੇ ਹੁੰਦੇ ਉੱਥੇ ਸੁਣਨ ਵਾਲਾ ਕੋਈ ਨਹੀਂ ਹੈਗਾ ਤੇ ਉਹ ਖੱਜਲ ਖੁਆਰੀ ਗਾਹ ਨਾ ਹੋਵੇ ਜੀ। ਤੇ ਉਮੀਦ ਹੈ ਕਿ ਜਿਹੜੇ ਸੁਣ ਰਹੇ ਉਹਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚ ਪਾਏਗੀ ਤੇ ਭਵਿੱਖ 'ਚ ਇਦਾਂ ਦੀ ਘਟਨਾ ਨਾ ਵਾਪਰੇ।
ਤੇ ਆਪਾਂ ਅੰਮ੍ਰਿਤਪਾਲ ਸ਼ਰਮਾ ਜੀ ਤੇ ਬਿਲਗਾ ਜੀ ਤੁਹਾਡੇ ਵੱਲ ਅਗਲੇ ਸਵਾਲਾਂ ਨਾਲ ਜੁੜਦੇ ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਬਿਲਗਾ ਜੀ ਤੁਹਾਡੇ ਵੱਲ ਆਉਂਦੇ ਹਾਂ। ਏਜੀ ਅਤੁਲ ਨੰਦਾ, ਇਹਦਾ ਨਾਮ ਬੜੀ ਚਰਚਾ ਦੇ ਵਿੱਚ ਹੈ, ਇਹ ਸਾਰਾ ਮਾਮਲਾ ਕੀ? ਪਰਮਿੰਦਰ ਜੀ, ਗੱਲ ਇਸ ਤਰ੍ਹਾਂ ਕਿ ਜਿਹੜੇ ਇਹ ਅਤੁਲ ਨੰਦਾ ਜੀ ਆ, ਇਹ ਪੰਜਾਬ ਦੇ ਐਡਵੋਕੇਟ ਜਨਰਲ, ਮਤਲਬ ਕਿ ਇਹ ਸੂਬੇ ਦੇ ਸਰਕਾਰ ਦੇ ਸਭ ਨੂੰ ਵੱਡੇ ਵਕੀਲ ਆ ਜਿਨ੍ਹਾਂ ਨੇ ਸਰਕਾਰੀ ਪੱਖ ਦਾ ਹਰ ਕੇਸ ਦੇਖਣਾ ਹੁੰਦਾ। ਇਹਦਾ ਅੱਜ ਨਾਂ ਪਹਿਲੀ ਵਾਰੀ ਨਹੀਂ ਆਇਆ। ਕੁਝ ਸਮਾਂ ਪਹਿਲਾਂ ਸੁਨੀਲ ਜਾਖੜ ਜੋ ਕਾਂਗਰਸ ਦੇ ਪ੍ਰਧਾਨ ਹਨ, ਉਹਨਾਂ ਨੇ ਵੀ ਕੁਝ ਸਮਾਂ ਪਹਿਲਾਂ ਜਦੋਂ ਪੰਜਾਬ ਸਰਕਾਰ ਪਾਣੀਆਂ ਦੇ ਮਸਲੇ ਵਿੱਚ ਆਪਣਾ ਕੇਸ ਹਾਰੀ ਆ ਜਾਂ ਹੋਰ ਕਈ ਕੇਸ ਜਿਹੜੇ ਸਰਕਾਰ ਦੇ ਪੱਖ 'ਚ ਹੋ ਸਕਦੇ ਸੀ, ਅਤੁਲ ਨੰਦਾ ਦੀ ਕਾਰਜਕਾਰੀ ਨੂੰ ਲੈ ਕੇ ਪਹਿਲਾਂ ਵੀ ਬਹੁਤ ਵੱਡੇ ਕਾਂਗਰਸੀ ਮੰਤਰੀਆਂ ਵੱਲੋਂ ਵੀ ਤੇ ਵਿਰੋਧੀ ਧਿਰਾਂ ਵੱਲੋਂ ਵੀ ਸਵਾਲ ਖੜੇ ਕੀਤੇ ਜਾਂਦੇ ਰਹੇ ਆ। ਪਰ ਪਤਾ ਨਹੀਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਇੰਨੇ ਚਹੇਤੇ ਨੇ, ਪਿਆਰੇ ਨੇ, ਤੇ ਅੱਜ ਤੱਕ ਉਹਨਾਂ ਨੂੰ ਕਿਸੇ ਨੇ ਕੋਈ ਪੁੱਛਗਿੱਛ ਕੀਤੀ ਨਹੀਂ। ਹੁਣ ਆਈਏ ਗੱਲ ਕੁਮਰ ਵਿਜੇ ਪ੍ਰਤਾਪ ਸਿੰਘ ਦੀ, ਜਿਹੜੇ ਕਿ ਪੰਜਾਬ ਦੇ ਉਹ ਪੁਲਿਸ ਅਧਿਕਾਰੀ ਆ ਜਿਨ੍ਹਾਂ ਨੇ ਜੋ ਬੇਅਦਬੀ ਕਾਂਡ ਹੋਇਆ, ਬਰਗਾੜੀ ਘਟਨਾ ਵਾਪਰੀ ਜਾਂ ਹੋਰ ਜਿਹੜੇ ਇਹ ਮੁੱਦੇ ਪਿਛਲੀ ਸਰਕਾਰ ਦੇ ਵੇਲੇ ਵਾਪਰੇ ਸੀਗੇ, ਉਹਨਾਂ ਦੀ ਸਿੱਟ ਦੇ ਇਹ ਮੁਖੀ ਸੀ ਤੇ ਇਹਨਾਂ ਨੇ ਉਹਦਾ ਸਾਰਾ ਜਾਂਚ ਕਰਕੇ ਸਰਕਾਰ ਨੂੰ ਸੌਂਪਣੀ ਸੀ। ਪਰ ਜਿਹੜੇ ਕੱਲ ਕੁਮਰ ਨੇ ਕੀਤੇ ਆ, ਖੁਲਾਸੇ ਕੀਤੇ ਆ, ਉਹਦੇ ਵਿੱਚ ਦੋ ਵੱਡੇ ਨਾਂ, ਇੱਕ ਤਾਂ ਅਤੁਲ ਨੰਦਾ ਦਾ ਨਾਂ ਲਿਆ ਗਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਖੂਨ ਪਸੀਨੀ ਦੇ ਕਮਾਇਆ ਹੋਇਆ ਪੈਸਾ 55 ਲੱਖ ਇੱਕ ਦਿਨ ਦਾ ਇਹ ਕਿੱਦਾਂ ਵਕੀਲ ਜਾਇਆ ਕਰਦੇ ਸੀ, ਕਿੱਦਾਂ ਵਕੀਲ ਖਰਚਦੇ ਸੀਗੇ। ਉਸ ਤੋਂ ਬਾਅਦ ਜਦੋਂ ਇਸ ਸੁਣਵਾਈ ਦੀ ਗੱਲ ਆਉਂਦੀ ਸੀ ਕੋਰਟ ਦੇ ਵਿੱਚ, ਚਾਹੇ ਤਾਂ ਅਤੁਲ ਨੰਦਾ ਛੁੱਟੀ ਲੈ ਕੇ ਚੱਲ ਜਾਂਦਾ ਸੀ, ਚਾਹੇ ਕੋਰਟ ਵਿੱਚ ਪਹੁੰਚਦਾ ਹੀ ਨਹੀਂ ਸੀਗਾ। ਇਹਦੀ ਉਹਨੇ ਸਮੇਂ-ਸਮੇਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣਕਾਰੀ ਦਿੱਤੀ, ਪਰ ਇਸ ਗੱਲ ਦਾ ਅਸਰ ਕੋਈ ਨਹੀਂ ਪਿਆ। ਉਸ ਤੋਂ ਬਾਅਦ ਸਭ ਨੂੰ ਵੱਡੀ ਗੱਲ ਕੀਤੀ ਕਿ ਉਹਨਾਂ ਨੇ HS ਫੂਲਕਾ, ਜਿਹੜੇ ਕਿ ਇਆਲੀ ਤੋਂ ਵਿਧਾਇਕ ਚੁਣੇ ਗਏ ਸੀ 2017 ਵਿੱਚ, ਕੁਝ ਸਮੇਂ ਬਾਅਦ ਵੀ ਜਦੋਂ ਬੇਅਦਬੀ ਕਾਂਡ ਦਾ ਇਹ ਸਰਕਾਰ ਨੇ ਕੋਈ ਲੜ ਸਿਰਾ ਜਾਂ ਥੋ ਸਿਰਾ ਲੋਕਾਂ ਦੇ ਪੱਲੇ ਨਹੀਂ ਪਾਇਆ, ਕੋਈ ਇਸ ਗੱਲ ਦਾ ਲੋਕਾਂ ਨੂੰ ਸਜ਼ਾਵਾਂ ਬਣਦੀਆਂ ਨਹੀਂ ਦਿੱਤੀਆਂ, ਤਾਂ ਇਸ ਰੋਸ ਵਜੋਂ ਉਹ ਅਸਤੀਫਾ ਦੇ ਗਏ ਸੀ ਕਿ ਮੈਂ ਇਸ ਰੋਸ ਦੇ ਵਿੱਚ ਅਸਤੀਫਾ ਦਿੰਦਾ ਹੈ। ਉਹਨਾਂ ਤੇ ਵੀ ਇੱਕ ਉਹਨੇ ਸਵਾਲ ਖੜਾ ਕੀਤਾ ਕਿ ਜਦੋਂ ਮੈਂ ਫੂਲਕਾ ਜੀ ਨੂੰ ਵੀ ਇਸ ਮਸਲੇ ਦੇ ਵਿੱਚ ਹੈਲਪ ਮੰਗੀ ਜਾਂ ਉਹਨਾਂ ਦੇ ਨਾਲ ਮੈਂ ਰਾਬਤਾ ਕੀਤਾ ਵੀ ਤੁਸੀਂ ਮੇਰੀ ਹੈਲਪ ਕਰੋ, ਮੇਰਾ ਕੋਈ ਪੰਜਾਬ ਦੇ ਵਿੱਚ ਐਡਵੋਕੇਟ ਆ ਹੈਲਪ ਨਹੀਂ ਕਰ ਰਿਹਾ, ਤੇ ਉਹਨਾਂ ਨੇ ਇਹ ਕਹਿ ਕੇ ਕਰ ਦਿੱਤਾ ਮੈਂ ਸੁਪਰੀਮ ਕੋਰਟ ਦੇ ਕੇਸ ਲੜਦਾ ਆ। ਪਰ ਆਪਾਂ ਦੇਖਦੇ ਕਿ HS ਫੂਲਕਾ ਦਾ ਵੀ ਬਿਆਨ ਆਇਆ ਕਿ ਹੁਣ ਇਹ ਮਸਲਾ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰਨ ਦਾ ਨਹੀਂਗਾ, ਜਿਹੜੀਆਂ ਇਸ ਕੇਸ ਦੇ ਵਿੱਚ ਲੋਕ ਵਿਰੋਧੀ ਤਾਕਤਾਂ ਆ, ਭਾਵ ਕਹਿਣ ਦਾ ਵੀ ਜਿਹੜੇ ਲੋਕ ਨਹੀਂ ਚਾਹੁੰਦੇ ਵੀ ਇਸ ਜਿਹੜਾ ਘਟਨਾਕ੍ਰਮ ਸਿੱਖੀ ਮੁੱਦੇ ਨਾਲ ਜੁੜਿਆ ਹੋਇਆ ਸੀਗਾ ਉਹਦਾ ਹੱਲ ਨਹੀਂ ਹੋਣ ਦੇਣਾ ਚਾਹੁੰਦੀਆਂ, ਉਹਨਾਂ ਨੂੰ ਹੋਰ ਤਾਕਤ ਮਿਲੂਗੀ। ਇਸ ਕਰਕੇ ਉਹਨਾਂ ਨੇ ਇਸ ਬਿਆਨ ਦਾ ਕੋਈ ਜਵਾਬ ਦੇਣਾ ਜਿਹੜਾ ਸੀਗਾ ਉਹ ਆਪਣੇ ਤੌਰ ਤੇ ਚੰਗਾ ਨਹੀਂ ਸਮਝਿਆ। ਪਰ ਇਹ ਦੋ ਵੱਡੇ ਘਟਨਾਕ੍ਰਮ ਆ। ਇਹ ਸਰਕਾਰ ਜੇ ਪਿਛਲੇ ਅਕਾਲੀ ਦਲ ਦੀ ਸਰਕਾਰ ਦੇ ਗਲੀ ਦੀ ਹੱਡੀ ਬਣੀ ਸੀ, ਕਿਉਂਕਿ ਬਹੁਤ ਵੱਡੀ ਇਹ ਸਿੱਖਾਂ ਦੇ ਵਿੱਚ ਇੱਕ ਮੰਗ ਸੀ ਵੀ ਬੇਅਦਬੀ ਹੋਈ ਕਿਉਂ, ਜੇ ਕਿਹਨੇ ਕੀਤੀ, ਤੇ ਜੇ ਉਹਨਾਂ ਨੂੰ ਉਸ ਮੌਕੇ ਤੇ ਸਜ਼ਾ ਮਿਲ ਜਾਂਦੀ ਤੇ ਸ਼ਾਇਦ ਅੱਜ ਪੰਜਾਬ ਦਾ ਦ੍ਰਿਸ਼ ਹੋਰ ਹੁੰਦਾ। ਲੋਕਾਂ ਨੇ ਬਹੁਤ ਵੱਡੀ ਆਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ ਕਿ ਇਹ ਜਿਹੜੀ ਬਰਗਾੜੀ ਕਾਂਡ ਆ, ਕੋਟਕਪੁਰਾ ਕਾਂਡ ਆ ਜਾਂ ਬਹਿਬਲ ਕਲਾ ਕਾਂਡ ਆ, ਇਹ ਸਾਰਿਆਂ ਦੀ ਜਾਂਚ ਹੋਣ ਤੋਂ ਬਾਅਦ ਵੀ ਇਹ ਅੱਜ ਸਰਕਾਰ ਜਿਹੜੀ ਆ ਇਹ ਲੋਕਾਂ ਨੂੰ ਉਹਨਾਂ ਨੂੰ ਬਣਦੀ ਸਜ਼ਾ ਦਊਗੀ, ਤਾਂ ਕਿ ਲੋਕਾਂ ਦੇ ਜਿਹੜੇ ਸਿੱਖਾਂ ਦੇ ਵਿੱਚ ਇਹ ਬਹੁਤ ਵੱਡਾ ਰੋਸ ਸੀਗਾ ਉਹ ਰੋਸ ਠੰਡਾ ਹੋ ਸਕਦਾ। ਕਿਉਂਕਿ ਉਹ ਚੀਜ਼ ਬੇਅਦਬੀ ਜਿਹੜੀ ਹੋ ਗਈ ਆ, ਗੁਰੂ ਦਾ ਜਿਹੜਾ ਕਹਿ ਸਕਦੇ ਅਪਮਾਨ ਹੋ ਗਿਆ, ਉਹ ਵਾਪਸ ਨਹੀਂ ਆਊਗਾ। ਘੱਟੋ ਘੱਟ ਲੋਕਾਂ ਨੂੰ ਇਸ ਗੱਲ ਦਾ ਹੋਊਗਾ ਵੀ ਇਹਦੀ ਜੋ ਜਾਂਚ ਹੋ ਕੇ ਲੋਕਾਂ ਨੂੰ ਸਜ਼ਾ ਮਿਲ ਗਈ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਸਰਕਾਰ ਨੂੰ ਇਹ 'ਤੇ ਗੰਭੀਰ ਹੋ ਕੇ ਕੰਮ ਕਰਨਾ ਚਾਹੀਦਾ ਸੀ, ਜਿਵੇਂ ਜਾਂਚ ਅਧਿਕਾਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੱਸਿਆ ਕਿ ਮੇਰਾ ਵਕੀਲ ਸਾਥ ਨਹੀਂ ਦੇ ਰਿਹਾ, ਵੀ ਮੈਨੂੰ ਉਹਨਾਂ ਦੇ ਕਮਰਿਆਂ ਦੇ ਮੂਹਰੇ ਜਾ ਕੇ ਘੰਟਾ ਚਪੜਾਸੀਆਂ ਵੱਲ ਨੂੰ ਖੜਨਾ ਪੈਂਦਾ ਹੈ। ਇਹ ਬਹੁਤ ਵੱਡੇ ਖੁਲਾਸੇ ਆ। ਇਹ ਖੁਲਾਸਿਆਂ ਦੇ ਕਰਕੇ ਇਸ ਵੇਲੇ ਪੂਰੀ ਹਲਚਲ ਮਚੀ ਹੋਈ ਆ। ਕੁਝ ਲੋਕ ਇਸ ਚੀਜ਼ ਨੂੰ ਦੂਜੇ ਪੱਖ ਤੋਂ ਵੀ ਦੇਖਦੇ ਆ ਵੀ ਜਿਵੇਂ ਹੁਣ ਅਸਤੀਫਾ ਦੇਣ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਖੁਲਾਸੇ ਕਰ ਰਹੇ ਆ ਵੀ ਸ਼ਾਇਦ ਉਹ ਆਉਣ ਵਾਲੇ ਦਿਨਾਂ ਦੇ ਵਿੱਚ, ਜਿੱਦਾਂ ਉਹਨੇ ਕਿਹਾ ਵੀ ਮੈਂ ਮਜ਼ਦੂਰਾਂ ਦੇ, ਦੱਬੇ ਕੁਚਲੇ ਲੋਕਾਂ ਦੇ ਮੈਂ ਕੇਸ ਲੜਦਾ ਰਹੂੰਗਾ, ਵੀ ਸ਼ਾਇਦ ਇਹ ਰਾਜਨੀਤਿਕ ਤੌਰ ਤੇ ਕੁਮਰ ਵਿਜੇ ਪ੍ਰਤਾਪ ਦਾ ਰਾਜਨੀਤੀ ਵੱਲ ਨੂੰ ਵੱਧਦਾ ਕਦਮ ਆ, ਤੇ ਇਸ ਕਦਮਾਂ ਰਾਹੀਂ ਸ਼ਾਇਦ 2022 ਦੀ ਇਲੈਕਸ਼ਨ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੀ ਸਿਆਸਤ ਵਿੱਚ ਪੈਰ ਰੱਖਣਾ ਚਾਹੀਦਾ। ਵੱਖ-ਵੱਖ ਪੱਖਾਂ ਤੋਂ ਸੋਚਿਆ ਜਾ ਰਿਹਾ, ਪਰ ਸਰਕਾਰ ਦੇ ਗਲੇ ਦੀ ਇਸ ਵੇਲੇ ਇਹ ਜਿਹੜਾ ਕੇਸ ਆ ਹੱਡੀ ਬਣਿਆ ਹੋਇਆ। ਜੇਕਰ ਇਸ ਲਗਭਗ 9 ਮਹੀਨੇ ਦਾ ਸਮਾਂ ਰਹਿ ਗਿਆ, 8-9 ਮਹੀਨੇ ਦਾ, ਜੇ ਕੋਈ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਜਿੱਦਾਂ ਪਹਿਲੀਆਂ ਸਰਕਾਰਾਂ ਨੂੰ ਇਹਦੇ ਖਮਿਆਜੇ ਭੁਗਤਣੇ ਪਏ ਆ, ਇਸ ਸਰਕਾਰ ਨੂੰ ਵੀ ਇਸ ਗੱਲ ਦਾ ਖਮਿਆਜਾ ਜ਼ਰੂਰ ਭੁਗਤਣਾ ਪਊਗਾ। ਜੀ, ਬਹੁਤ ਵਿਸਥਾਰ ਨਾਲ ਤੁਸੀਂ ਦੱਸ ਦਿੱਤਾ, ਪਰ ਮੈਂ ਅੰਮ੍ਰਿਤਪਾਲ ਜੀ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਕਿ ਕੁਮਰ ਵਿਜੇ ਪ੍ਰਤਾਪ ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ, ਜਦੋਂ ਵਿੱਚ ਸਨ ਉਦੋਂ ਕਿਉਂ ਨਹੀਂ ਬੋਲੇ?
ਦੇਖੋ, ਇੱਕ ਤੇ ਉਹ ਜਾਂਚ ਅਧਿਕਾਰੀ ਸਨ, ਉਹ ਜਾਂਚ ਬਾਰੇ ਉਸ ਵੇਲੇ ਕੁਝ ਨਹੀਂ ਦੱਸ ਸਕਦੇ ਸਨ, ਕਿਉਂਕਿ ਉਹਨਾਂ ਦਾ ਕੰਮ ਸੀ ਸਰਕਾਰ ਨੂੰ ਬਣਾ ਕੇ ਉਹ ਜਾਂਚ ਦੇਣੀ, ਤੇ ਸਰਕਾਰ ਦਾ ਕੰਮ ਸੀ ਉਸ ਕੇਸ ਨੂੰ ਲੜਨਾ ਜੀ। ਤੇ ਹੁਣ ਜੇ ਉਹ ਉਦੋਂ ਸਾਰਾ ਕੁਝ ਬੋਲਦੇ ਤੇ ਪਰਮਿੰਦਰ ਜੀ ਉਹ ਗੱਲ ਸੂਟੇਬਲ ਨਹੀਂ ਸੀ। ਪਰ ਇੱਕ ਗੱਲ ਜਿਹੜੀ ਬਿਲਗਾ ਜੀ ਨੇ ਦੱਸੀ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ, ਪਰ ਬਿਲਗਾ ਜੀ ਮੇਰੀ ਗੱਲ ਨਾਲ ਸਹਿਮਤ ਹੋਣਗੇ। ਕੀ ਅਤੁਲ ਨੰਦਾ ਜੀ ਆਪਣੇ ਆਪ ਵਿੱਚ ਇੰਨੀ ਪਾਵਰ ਰੱਖਦੇ ਹਨ ਕਿ ਉਹ ਕੇਸ ਦੀ ਪੈਰਵਾਈ ਲਈ ਨਾ ਜਾਣ ਤੇ ਛੁੱਟੀ ਲੈ ਕੇ ਚੱਲ ਜਾਣ? ਸਰਕਾਰ ਦੇ ਨੁਮਾਇੰਦੇ ਨੇ, ਸਰਕਾਰ ਦੇ ਸਭ ਤੋਂ ਵੱਡੇ ਵਕੀਲ ਨੇ, ਸਰਕਾਰ ਤੋਂ ਤਨਖਾਹ ਲੈਂਦੇ ਨੇ, ਕੈਬਨਿਟ ਮੰਤਰੀ ਦਾ ਰੈਂਕ ਹੈ। ਇਸ ਗੱਲ ਤੋਂ ਅੰਦਾਜ਼ਾ ਤਾਂ ਇਹੀ ਲੱਗਦਾ ਕਿ ਉਹ ਉਹੀ ਕਰ ਰਹੇ ਨੇ ਜੋ ਉਹਨਾਂ ਨੂੰ ਪੰਜਾਬ ਸਰਕਾਰ ਕਹਿ ਰਹੀ ਸੀ। ਇਸ ਕੇਸ ਨੂੰ ਹੁਣ ਵੀ ਜੇ ਅਸੀਂ ਵਾਚੀਏ ਤਾਂ ਇਦਾਂ ਹੀ ਲੱਗਦਾ ਕਿ ਪੰਜਾਬ ਸਰਕਾਰ ਇਸ ਕੇਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਜੋ ਆਮ ਲੋਕ ਸਮਝਦੇ ਨੇ ਕਿ ਇਹ ਦੋਨੋਂ ਜਿਹੜੀਆਂ ਵੱਡੀਆਂ ਰਾਜਸੀ ਧਿਰਾਂ ਨੇ ਪੰਜਾਬ ਦੀਆਂ, ਉਹ ਮਿਲੀ ਭੁਗਤ ਦੀ ਰਾਜਨੀਤੀ ਹੀ ਕਰ ਰਹੀਆਂ ਨੇ, ਜੋ ਨਵਜੋਤ ਸਿੰਘ ਸਿੱਧੂ ਸਾਹਿਬ ਬਹੁਤ ਸਾਲ ਪਹਿਲਾਂ ਕਹਿ ਚੁੱਕੇ ਸੀ। ਪਰ ਉਹ ਵੀ ਇਸ ਗੱਲ ਤੋਂ ਮੁਨਕਰ ਹੋ ਗਏ ਜਾਂ ਇਸ ਗੱਲ ਤੋਂ ਦੂਰ ਹੋ ਗਏ ਤੇ ਇਸ ਗੱਲ ਨੂੰ ਲੋਕਾਂ 'ਚ ਰੱਖਣ ਤੋਂ ਨਾਕਾਮਯਾਬ ਰਹੇ। ਤੋ ਮੈਨੂੰ ਆਪਣੇ ਤੌਰ ਤੇ ਨਹੀਂ ਲੱਗਦਾ ਕਿ ਅਤੁਲ ਨੰਦਾ ਜੋ ਐਡਵੋਕੇਟ ਜਨਰਲ ਨੇ, ਜਿੱਦਾਂ ਇਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਸਲਾਹਕਾਰ ਨੇ, ਸਭ ਤੋਂ ਵੱਡੇ ਵਕੀਲ ਨੇ, ਤੇ ਉਹਨਾਂ ਦੀ ਨਿਯੁਕਤੀ ਇਸ ਕੰਮ ਲਈ ਹੋਈ ਆ ਕਿ ਜਦੋਂ ਸਰਕਾਰ ਕੋਈ ਕੇਸ ਲੜਦੀ ਆ ਤੇ ਉਸ ਕੇਸ ਨੂੰ ਦੇਖਣ ਤੇ ਉਸ ਕੇਸ ਦੇ ਵਿੱਚ ਹਾਜ਼ਰ ਹੋਣ, ਉੱਥੇ ਜਾਣ। ਜੇ ਬਹੁਤ ਜ਼ਰੂਰੀ ਲੱਗਦਾ ਕਿਸੇ ਵੇਲੇ ਨਾ ਵੀ ਜਾਣ ਤੇ ਉੱਥੇ ਜੋ ਕੰਮਕਾਰ ਹੋ ਰਿਹਾ ਉਹਦੀ ਨਿਗਰਾਨੀ ਤੇ ਕਰਨ। ਪਰ ਜਿਵੇਂ ਦੇ ਖੁਲਾਸੇ ਜਾਂ ਜਿਵੇਂ ਦੀਆਂ ਗੱਲਾਂ IG ਸਾਹਿਬ ਨੇ ਆਪਣੇ ਅਸਤੀਫਾ ਦੇਣ ਤੋਂ ਬਾਅਦ ਦੱਸੀਆਂ ਨੇ, ਜਿੰਨੀ ਨਿਰਾਸ਼ਾ ਉਹਨਾਂ ਨੇ ਇਸ ਗੱਲ ਤੋਂ ਜ਼ਾਹਰ ਕੀਤੀ ਆ, ਉਸ ਗੱਲ ਤੋਂ ਤਾਂ ਇਹੀ ਨਜ਼ਰੀਆ ਸਾਹਮਣੇ ਆ ਰਿਹਾ ਕਿ ਸਰਕਾਰ ਇਸ ਗੱਲ ਨੂੰ, ਇਸ ਕੇਸ ਨੂੰ ਬਹੁਤ ਜ਼ਿਆਦਾ ਤਰੱਕੀ ਤੱਕ ਲੈ ਕੇ ਨਹੀਂ ਜਾਣਾ ਚਾਹੁੰਦੀ ਸੀ, ਉਹਦਾ ਹੱਲ ਕਰਨਾ ਨਹੀਂ ਸੀ ਚਾਹੁੰਦੀ। ਤੇ ਚਾਹੇ ਫਿਰ ਹੁਣ ਫੂਲਕਾ ਸਾਹਿਬ ਦੀ ਗੱਲ ਆ ਤੇ ਚਾਹੇ ਅਤੁਲ ਨੰਦਾ ਦੀ ਗੱਲ ਆ, ਸੋ ਗੱਲ ਤਾਂ ਇਹ ਆ ਕਿ ਹਾਥੀ ਕੇ ਪਾँव में सबका पाँव। ਜੇ ਸਰਕਾਰ ਚਾਹੁੰਦੀ ਤਾਂ ਇਸ ਮਸਲੇ ਨੂੰ ਲੈ ਸਕਦੀ ਸੀ ਨੇੜੇ ਤੱਕ। 6 ਸਾਲ ਵੀ ਤੇ ਲੱਗੇ ਨੇ, ਸੌਰੀ 4 ਸਾਲ 5 ਸਾਲ 6 ਸਾਲ, ਹਾਂ 6 ਸਾਲ ਹੋ ਹੀ ਗਏ। 15 ਦੀ ਘਟਨਾਕ੍ਰਮ ਹੈ, 6 ਸਾਲ ਹੋ ਗਏ। ਜੇ ਜਾਂਚ ਦੀ ਵੀ ਗੱਲ ਕਰੀਏ ਤਾਂ ਵੀ 4 ਸਾਲ ਤੋਂ ਵੱਧ ਸਮਾਂ ਹੋ ਗਿਆ। ਸੀਨੀਅਰ IPS ਅਫਸਰ ਸਨ, ਉਹਨਾਂ ਨੇ ਜੋ ਗੱਲਾਂ ਕੀਤੀਆਂ ਨੇ, ਕਿੰਨੀਆਂ ਸੱਚ ਨੇ, ਕਿੰਨਾ ਉਹਦੇ ਵਿੱਚ ਕਮੀ ਹੈ। ਜੇ ਉਹਦੇ ਵਿੱਚ ਸਾਰੀਆਂ ਗੱਲਾਂ ਨਹੀਂ ਸੀ ਤੇ ਹੁਣ ਤੱਕ ਮੁੱਖ ਮੰਤਰੀ ਸਾਹਿਬ ਦਾ ਬਿਆਨ ਆ ਜਾਣਾ ਚਾਹੀਦਾ ਸੀ ਕਿ ਜੋ ਕੰਵਰ ਸਾਹਿਬ ਕਹਿ ਰਹੇ ਨੇ ਤੇ ਉਹ ਗਲਤ ਹੈ। ਜੇ ਇਦਾਂ ਨਾ ਹੁੰਦਾ ਤੇ ਫਿਰ ਉਹਨਾਂ ਨੂੰ 1 ਘੰਟਾ ਬੁਲਾ ਕੇ ਨਹੀਂ ਸੀ ਉਹਨਾਂ ਨੇ ਗੱਲਬਾਤ ਕਰਨੀ। ਨਹੀਂ, ਵੈਸੇ ਜੇ CM ਕੋਲ ਟਾਈਮ ਹੁੰਦਾ, ਟਾਈਮ ਤਾਂ ਵੈਸੇ ਹੁੰਦਾ ਹੈ, ਪਰ ਉਹ ਆਰਾਮ ਜ਼ਿਆਦਾ ਕਰਦੇ ਨੇ, ਕਹਿ ਦਿੱਤਾ। ਮੈਂ ਇਹੀ ਗੱਲ ਬਿਲਕੁਲ ਕਹਿਣੀ ਚਾਹੁੰਦਾ ਸੀਗਾ ਕਿ CM ਸਾਹਿਬ ਆਪਣੇ ਕਿਸੇ ਵਿਧਾਇਕ ਨੂੰ ਨਹੀਂ ਇੰਨਾ ਟਾਈਮ ਮਿਲਦੇ। ਉਹ ਇੱਕ ਸੀਨੀਅਰ IPS ਅਫਸਰ ਨੂੰ 1 ਘੰਟਾ ਮਿਲੇ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ IG ਸਾਹਿਬ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਮਨਾਇਆ ਪਰ ਮੈਂ ਉਹਨਾਂ ਨੂੰ ਮਨਾਉਣ 'ਚ ਕਾਮਯਾਬ ਹੋ ਗਿਆ। ਸੋ ਇਹ ਸਾਰੀ ਗੱਲ ਦਾ ਜਿਹੜਾ ਰਿਜ਼ਲਟ ਆ, ਆਪਣੀ ਸਾਡੀ ਬੁੱਧੀ ਦੇ ਨਾਲ ਇਹੀ ਆ ਕਿ ਸਰਕਾਰ ਹੀ ਨਹੀਂ ਚਾਹੁੰਦੀ ਸੀ ਇਸ ਮਸਲੇ ਦਾ ਬਹੁਤਾ ਸਟੀਕ ਹੱਲ ਕੱਢਣਾ। ਤੇ ਹੁਣ ਕੁੰਵਰ ਵਿਜੇ ਪ੍ਰਤਾਪ, ਜਿੱਦਾਂ ਬਿਲਗਾ ਜੀ ਨੇ ਕਿਹਾ, ਰਾਜਨੀਤੀ 'ਚ ਆਉਂਦੇ ਆ ਕਿ ਨਹੀਂ ਆਉਂਦੇ ਉਹ ਉਹਨਾਂ ਦਾ ਨਿੱਜੀ ਨਿਰਣਾ ਹੈ। ਆਉਣਾ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਹੈ ਇਹ ਉਹਨਾਂ ਨੇ ਸੋਚਣਾ ਹੈ। ਪਰ ਜਿੰਨੀਆਂ ਗੱਲਾਂ ਉਹਨਾਂ ਨੇ ਦੱਸੀਆਂ ਨੇ ਉਹਦੇ ਵਿੱਚੋਂ ਗੱਲ ਸਾਹਮਣੇ ਇਹੀ ਆਉਂਦੀ ਆ ਕਿ ਬਹੁਤੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਰਾਜਸੀ ਪਾਰਟੀਆਂ ਨੇ ਉਹ ਰਾਜਨੀਤੀ ਹੀ ਕਰਦੀਆਂ ਨੇ, ਮੁੱਦਿਆਂ ਨੂੰ ਪਾਲ ਕੇ ਰੱਖਦੀਆਂ ਨੇ ਤੇ ਕਿਹੜੇ ਮੁੱਦੇ ਦੀ ਕਦੋਂ ਵਰਤੋਂ ਕਰਨੀ ਹੈ ਇਹ ਉਹਨਾਂ ਦੇ ਧਿਆਨ 'ਚ ਰਹਿੰਦਾ ਹੈ। ਲੋਕ ਭਾਵਨਾਵਾਂ ਉਹਨਾਂ ਨੂੰ ਕਿਸੇ ਉਹਨਾਂ ਦੇ ਕਦਰ ਕੀਮਤ ਦੀ ਜਿਹੜੀ ਆ ਉਹਨਾਂ ਦੇ ਕਿਸੇ ਵੀ ਗਿਣਤੀ 'ਚ ਨਹੀਂ ਹੁੰਦੀ। ਲੋਕਾਂ ਦੀ ਗਿਣਤੀ ਇਹਨਾਂ ਪਾਰਟੀਆਂ ਲਈ ਸਿਰਫ ਵੋਟਾਂ ਦੀ ਹੁੰਦੀ। ਸ਼ਰਮਾ ਜੀ, ਗੱਲ ਮੈਂ ਤੁਹਾਡੀ ਗੱਲ ਦੇ ਨਾਲ ਜੋੜ ਰਿਹਾ ਕਿ ਬਿਲਕੁਲ ਤੁਸੀਂ ਦਰੁਸਤ ਕਿਹਾ। ਲੋਕਾਂ ਦੇ ਵਿੱਚ ਇੱਕ ਇਹ ਵੀ ਗੱਲ ਚੱਲ ਰਹੀ ਆ ਕਿ ਇਸ ਵੇਲੇ ਇਦਾਂ ਦੀ ਸਥਿਤੀ ਬਣ ਗਈ ਆ ਵੀ ਜੇ ਇੱਕ ਸਰਕਾਰ ਬੇਅਦਬੀ ਕਰਾਉਣ ਵਾਲੀ ਸੀ ਜਾਂ ਇੱਕ ਪਾਰਟੀ ਕਰਾਉਣ ਵਾਲੀ ਸੀ, ਅੱਜ ਦੂਜੀ ਸਰਕਾਰ ਜਾਂ ਦੂਜੀ ਪਾਰਟੀ ਉਹਨਾਂ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਆ। 2.5 ਸਾਲ ਦਾ ਸਮਾਂ ਸ਼ਰਮਾ ਜੀ ਨੇ ਦੱਸਿਆ ਕਿ ਬਹੁਤ ਲੰਬਾ ਸਮਾਂ ਹੁੰਦਾ ਆ। ਜਾਂਚ ਨਹੀਂ ਸਿਰੇ ਚੜ੍ਹ ਸਕੀ ਤੇ ਇਹ ਬਹੁਤ ਵੱਡੀ ਜਿਹੜੀ ਆ ਇਹ ਉਸ ਆਫੀਸਰ ਦੀ ਮਿਹਨਤ ਦੇ ਉੱਤੇ ਪਾਣੀ ਫਿਰਿਆ। ਤੇ ਬਿਲਗਾ ਜੀ, ਇਹ ਮਾਮਲਾ ਤੇ ਸਿਰਫ 2.5 ਸਾਲਾਂ ਦਾ ਕਹਿ ਰਹੇ ਆ, ਜਾਂਚ ਪੜਤਾਲ ਹੋ ਰਹੀ ਹੈ, ਮਾਮਲਾ ਭਾਵੇਂ 6 ਸਾਲ ਹੋ ਗਏ ਨੇ। ਗੱਲ ਤੇ 1984 ਨੂੰ 35-36 ਸਾਲ ਹੋ ਗਏ ਨੇ, ਉਹਦਾ ਹੱਲ ਨਹੀਂ ਨਿਕਲਿਆ ਸਰਕਾਰਾਂ ਕੋਲੋਂ। ਤੇ ਸੁਪਰੀਮ ਕੋਰਟ ਦੇ ਵਿੱਚ ਸ਼ਾਇਦ ਸੱਜਣ ਕੁਮਾਰ ਦਾ ਨਾਂ ਇਸ ਵੇਲੇ ਫਿਰ ਚਰਚਾ 'ਚ ਹੈ, ਉਹ ਕਿਸ ਗੱਲੋਂ? ਪਰਮਿੰਦਰ ਜੀ, ਆਪਾਂ ਜਦੋਂ ਗੱਲ ਸਰਕਾਰਾਂ ਦੀ ਕਰਦੇ ਹਾਂ ਤੇ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਵੀ ਸਰਕਾਰਾਂ ਹਮੇਸ਼ਾ ਆਪਣੇ ਹਿੱਤ ਦੇਖਦੀਆਂ, ਪਾਰਟੀਆਂ ਕੋਈ ਵੀ ਹੋਣ। ਜਿਨ੍ਹਾਂ ਨੇ ਰਾਜ ਚਲਾਉਣਾ ਆ ਉਹਨਾਂ ਨੇ ਰਾਜ ਚਲਾਉਣ ਲਈ ਕੋਈ ਧਰਮ ਦਾ ਨਾਂ ਲੈ ਕੇ ਫਿਰਕਿਆਂ ਤੇ ਤਸ਼ੱਦਦ ਕਰਨ, ਲੋਕਾਂ ਨੂੰ ਪਾੜਨ, ਰਾਜ ਕਰਨ। ਗੱਲ 1984 ਆ, ਇਸ ਵੇਲੇ ਤੱਕ ਸ਼ਾਇਦ ਹੀ ਕੋਈ ਇਸ ਖਿੱਤੇ ਨਾਲ ਜੁੜਿਆ ਬੰਦਾ ਨਹੀਂ ਹੋਊਗਾ ਜਿਹਨੂੰ ਇਸ 1984 ਦੇ ਘਟਨਾਕ੍ਰਮ ਬਾਰੇ ਜਾਣਕਾਰੀ ਹੋਵੇ। ਸੱਜਣ ਕੁਮਾਰ ਜਿਹੜੇ ਸੀਗੇ ਉਹ ਪਹਿਲਾਂ ਹੀ ਇਸ 84 ਦੇ ਘਟਨਾਕ੍ਰਮ ਜਿਹੜੇ ਕੇਸ ਦਰਜ ਸੀ ਉਹਨਾਂ ਵਿੱਚ ਜੇਲ੍ਹ 'ਚ ਆ। ਹੁਣ ਨਵੀਂ ਇੱਕ ਚਾਰਜ ਸ਼ੀਟ ਜਿਹੜੀ ਆ ਫਾਈਲ
ਫਾਈਲ ਪੇਸ਼ ਹੋਈ ਆ, ਜੀ। ਜਿਹੜਾ ਕਿ ਤੀਜਾ ਕੇਸ ਆ ਜੀ। ਇਹ। ਤੀਜੇ ਕੇਸ ਦੇ ਵਿੱਚ ਉਹਨਾਂ ਦੀ ਦੁਬਾਰਾ ਉਹਨਾਂ ਤੇ ਇਲਜ਼ਾਮ ਮਤਲਬ ਜਿਹੜੇ ਲੱਗੇ ਸੀਗੇ ਉਹ ਫਾਈਲ ਪੇਸ਼ ਕਰ ਦਿੱਤੀ ਆ, ਜੀ। ਤੇ ਉਹਦੀ ਹੁਣ ਜਾਂਚ ਵੀ ਹੋਊਗੀ। ਪਰ ਹੈ ਤਾਂ ਉਹ ਜੇਲ੍ਹ 'ਚ ਹੀ ਨੇ, ਜੀ। ਪਰ ਬੜਾ ਲੰਬਾ ਸਮਾਂ, ਲਗਭਗ ਕਹਿ ਸਕਦੇ ਕਿ 16 ਤੇ 21 37 38 ਸਾਲ ਦਾ ਸਮਾਂ। ਜੀ। ਤੇ ਜਦੋਂ ਲੋਕਾਂ ਨੂੰ ਟਾਈਮ ਦੇ ਨਾਲ ਇਨਸਾਫ ਨਹੀਂ ਮਿਲਦਾ, ਚਾਹੇ ਉਹ 84 ਦੀ ਗੱਲ ਆ, ਚਾਹੇ ਆਪਾਂ ਪਹਿਲਾਂ ਬਰਗਾੜੀ ਦੀ ਬਾਈਬਲ ਕਲਾਂ ਦੀ ਗੱਲ ਕਰਦੇ ਹਟੇ ਆ, ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਲੰਬਾ ਸਮਾਂ ਰਾਜਨੀਤੀ ਲੋਕੀ ਖਿੱਚ ਕੇ ਰੱਖਦੇ ਆ, ਆਪਣੇ ਫਾਇਦੇ ਲਈ ਵਰਤਦੇ ਆ ਤੇ ਆਪਣੇ ਨਫੇ ਨੁਕਸਾਨ ਲਈ ਦੇਖਦੇ ਆ, ਤੇ ਉਦੋਂ ਆਪਾਂ ਦੇਖਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ, ਇਹ ਸਰਕਾਰਾਂ ਲੋਕਾਂ ਦਾ ਭਰੋਸਾ ਇਸੇ ਕਰਕੇ ਗਵਾ ਜਾਂਦੀਆਂ ਕਿ ਸਮੇਂ ਦੇ ਨਾਲ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਜੀ, ਤੇ ਬਲਗਾ ਜੀ ਤੋਂ ਬਾਅਦ ਹੁਣ ਅੰਮ੍ਰਿਤ ਸ਼ਰਮਾ ਜੀ ਤੁਹਾਡੇ ਵੱਲ ਆਉਂਦੇ ਆ, ਕਿਹੜੇ ਵਿਧਾਇਕ ਨੇ ਕਿੱਥੇ ਮੰਜਾ ਡਾਇਆ ਆਪਣਾ ਘਰ ਦਾ ਵਿਹੜਾ ਛੱਡ ਕੇ? ਪਰਮਿੰਦਰ ਜੀ, ਲੋਕਤੰਤਰ ਦੇ ਵਿੱਚ ਵਿਰੋਧ ਕਰਨ ਦਾ ਹੱਕ ਸਾਰਿਆਂ ਨੂੰ ਆ, ਤੇ ਕਈ ਵਾਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਨਾਰਮਲ ਵਿਰੋਧ ਦੇ ਵਿੱਚ, ਤੇ ਫਿਰ ਸਾਨੂੰ ਵੱਖਰੇ ਵੱਖਰੇ ਤਰੀਕੇ ਅਖਤਿਆਰ ਕਰਨੇ ਪੈਂਦੇ ਨੇ। ਕਿਸਾਨ 4.5 ਮਹੀਨਿਆਂ ਤੋਂ, ਜਿੱਦਾਂ ਅਸੀਂ ਪਿਛਲੀ ਗੱਲ 'ਚ ਕੀਤੀ ਆ, ਬਿਲਗਾ ਸਾਹਿਬ ਦਿੱਲੀ ਹੋ ਕੇ ਆਏ ਨੇ, ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਸੜਕ ਤੇ ਬੈਠੇ ਨੇ, ਪਰ ਕੋਈ ਨਹੀਂ ਸੁਣ ਰਿਹਾ। ਇਦਾਂ ਹੀ ਆਦਮਪੁਰ ਤੋਂ MLA ਸਾਹਿਬ ਨੇ ਪਵਨ ਕੁਮਾਰ ਟੀਨੂ ਜੀ, ਉਹਨਾਂ ਨੇ ਖੁਰਾਕ ਸਪਲਾਈ ਵਿਭਾਗ ਜਲੰਧਰ ਦੇ ਦਫ਼ਤਰ ਦੇ ਬਾਹਰ ਮੰਜਾ ਡਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਹੈ। ਉਹਨਾਂ ਦੀ ਜਿਹੜੀ ਡਿਮਾਂਡ ਸੀ ਉਹ ਇਹ ਸੀ ਕਿ ਜਿਹੜੀ ਮੰਡੀਆਂ ਦੇ ਵਿੱਚ ਕਣਕ ਆ ਉਹ ਰੁਲ ਰਹੀ ਆ, ਤੇ ਉੱਥੇ ਵਾਰਦਾਨੇ ਦਾ ਪ੍ਰਬੰਧ ਜਿਹੜਾ ਉਹ ਨਹੀਂ ਹੈਗਾ, ਜਿਹੜੀ ਅਦਾਇਗੀ ਆ ਉਹ ਨਹੀਂ ਹੋ ਰਹੀ, ਤੇ ਜਿਹੜਾ ਪੈਸੇ ਦਾ ਸਿਸਟਮ ਆ ਉਹ ਵੀ ਆ, ਤੇ ਆੜ੍ਹਤੀਆਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਸਰਕਾਰ ਨੇ, ਕੇਂਦਰ ਸਰਕਾਰ ਨੇ ਜਿਹੜਾ ਕਣਕ ਦੀ ਸਿੱਧੀ ਖਰੀਦ ਦਾ ਜਿਹੜਾ ਤਰੀਕਾ ਨਵਾਂ ਅਪਣਾਇਆ ਹੈ, ਉਹਦੇ ਵਿੱਚ ਚੱਲਦਿਆਂ ਹੋ ਰਹੀ ਹੈ। ਤਾਂ ਮੰਜਾ ਡਾਉਣ ਦੀ ਗੱਲ ਸਿਰਫ ਆਪਣੀ ਗੱਲ ਦੱਸਣ ਦਾ ਇੱਕ ਤਰੀਕਾ ਹੈ। ਹੁਣ ਉਸ ਗੱਲ ਨੂੰ ਕੌਣ ਦੇਖਦਾ ਹੈ, ਕੌਣ ਸੁਣਦਾ ਹੈ, ਕੌਣ ਉਹਦੇ ਤੇ ਅਮਲ ਕਰਦਾ ਹੈ? ਜਿੱਦਾਂ ਹੁਣੇ ਬਿਲਗਾ ਸਾਹਿਬ ਪਿਛਲੀ ਗੱਲ ਵਿੱਚ ਦੱਸ ਰਹੇ ਸੀ ਕਿ ਸਰਕਾਰਾਂ ਆਪਣੇ ਕੰਮ ਆਪਣੇ ਤਰੀਕੇ ਨਾਲ ਕਰਦੀਆਂ ਨੇ, ਉਹਨਾਂ ਨੂੰ ਲੋਕ ਮੁਸ਼ਕਲਾਂ ਦਾ ਬਹੁਤਾ ਧਿਆਨ ਨਹੀਂ ਹੁੰਦਾ। ਜੇ ਲੋਕ ਮੁਸ਼ਕਲਾਂ ਦਾ ਧਿਆਨ ਸਰਕਾਰਾਂ ਨੂੰ ਹੁੰਦਾ ਤੇ ਫਿਰ ਇਹ ਸਰਕਾਰ ਵੀ ਇਜ਼ਰਾਈਲ ਵਾਂਗ 100% ਟੀਕਾਕਰਨ ਪੂਰਾ ਕਰ ਚੁੱਕੀ ਹੁੰਦੀ, ਇਹਨਾਂ ਦਾ ਧਿਆਨ ਫਿਰ ਬੰਗਾਲ ਇਲੈਕਸ਼ਨ ਤੇ ਨਾ ਹੁੰਦਾ। ਤੇ ਜੀ ਸ਼ਰਮਾ ਜੀ, ਤੁਸੀਂ ਅੱਜ ਦੇ ਮੁੱਦਿਆਂ ਤੇ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕੀਤੇ, ਤੁਹਾਡਾ ਦੋਹਾਂ ਦਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਇਸ ਹਿੱਸੇ ਨਾਲ ਜੁੜਨ ਲਈ।